अमृता प्रीतम दा नोवल रत्ना। पहला भाग। हवा खलोती हुई सी जिवें साह रोक के खलोती होवे। किसे किसे वेले कोई आवाज उहदे कन्नां च पैंदी सी, पर कन्नां नूं छिलदी गई। ਉਹ सिर्फ जंगल दे पत्तियां दी आवाज तो जाणू सी ते पत्ते अज चुप सन। जंगल दी डंडी नूं चीरदी जई आवाज फेर आई ते सारी हवा ठठंबर गई। ਇਹ ਇੱਕ ਘੋੜੇ ਦੀਆਂ ਟਾਪਾਂ ਦੀ ਆਵਾਜ਼ ਸੀ, ਪਰ ਧਰਤੀ ਦੇ ਦਿਲ ਨੂੰ ਧੜਕਾਉਂਦੀ ਨਹੀਂ। ਧਰਤੀ ਕੋਲੋਂ ਘਾਬਰ ਕੇ ਕੋਈ ਰਾਹ ਪੁੱਛਦੀ ਪਈ। ਘੋੜਾ ਤੇ ਉਹਦਾ ਸਵਾਰ ਜਦੋਂ ਕਿੰਨੇ ਹੀ ਦਰਖਤਾਂ ਦੇ ਓਹਲੇ ਪਿੱਛੇ ਹੋ ਗਏ, ਹਵਾ ਨੇ ਇੱਕ ਡੂੰਘਾ ਜਿਹਾ ਸਾਹ। ਸ਼ਹਿਰ ਨੂੰ ਜਾਂਦੀ ਇੱਕ ਸੜਕ ਇਸ ਜੰਗਲ ਦੀ ਵੱਖੀ ਚੋਂ ਲੰਘਦੀ ਸੀ ਤੇ ਫਿਰ ਇਹ ਵੱਖੀ ਚੀਕ ਜਿਹੀ ਪਈ। ਪੁਲਿਸ ਦੀ ਇੱਕ ਜੀਪ ਜਿਵੇਂ ਇਸ ਵੱਖੀ ਨੂੰ ਪੈਰਾਂ 'ਚ ਮਧੋਲ ਜੀ ਗਈ। ਜੀਪ ਲੰਘ ਗਈ ਤਾਂ ਸੜਕ ਨੇ ਪਿੰਡੇ ਦੀ ਮਿੱਟੀ ਝਾੜ ਕੇ ਵੇਖਿਆ। ਇਹ ਜੀਪ ਜੰਗਲ ਦੀ ਉਸ ਕੱਚੀ ਡੰਡੀ ਵੱਲ ਨਹੀਂ ਸੀ ਮੁੜੀ, ਜਿੱਧਰ ਹੁਣੇ ਕਿਸਮਤ ਦੇ ਇੱਕ ਮੋੜ ਵਾਂਗੂ ਇੱਕ ਘੋੜਾ ਮੁੜਿਆ ਸੀ। ਜੰਗਲ ਦੀ ਹਵਾ ਨੂੰ ਤੇ ਜੰਗਲ ਦੀਆਂ ਡੰਡੀਆਂ ਨੂੰ ਸ਼ਾਇਦ ਦੁਨੀਆ ਦੇ ਪੈਰਾਂ ਦੀ ਪਛਾਣ ਹੁੰਦੀ ਹੈ। ਉਹ ਫੁੱਲਾਂ ਪੱਤੀਆਂ ਦੇ ਆਸ਼ਕਾਂ ਨੂੰ ਵੀ ਪਛਾਣਦੀਆਂ ਹਨ ਤੇ ਫੁੱਲਾਂ ਪੱਤੀਆਂ ਦੇ ਚੋਰਾਂ ਨੂੰ ਵੀ। ਕਹਿੰਦੀਆਂ ਕੁਝ ਨਹੀਂ, ਪਰ ਮਨ 'ਚ ਖਿੜਦੀਆਂ ਵੀ ਹਨ ਤੇ ਕੁਮਲਾਉਂਦੀਆਂ ਵੀ। ਉਹਨਾਂ ਨੇ ਸ਼ਾਇਦ ਇੱਕ ਘਬਰਾਏ ਹੋਏ ਘੋੜੇ ਦਾ, ਉਹਦਾ ਪਿੱਛਾ ਕਰਦੀ ਜੀਪ ਦਾ ਰਿਸ਼ਤਾ ਪਛਾਣ ਲਿਆ ਸੀ। ਫਿਰ ਜਿਵੇਂ ਕਿਸੇ ਦਾ ਕਿਸੇ ਇੱਕ ਲਈ ਮਨ ਭਰ ਆਉਂਦਾ ਹੈ, ਉਹਨਾਂ ਨੇ ਕੂਲੀ ਜੀ ਨਜ਼ਰ ਨਾਲ ਰੁੱਖਾਂ ਦੇ ਝੁੰਡ ਵਿੱਚ ਲੁਕੇ ਹੋਏ ਘੋੜੇ ਨੂੰ ਵੇਖਿਆ ਤੇ ਫਿਰ ਅੱਖਾਂ ਦੀਆਂ ਨਾਲ ਜਿਵੇਂ ਉਹਦੇ ਪਿੰਡੇ ਨੂੰ ਹੋਰ ਕੱਜ ਦਿੱਤਾ। ਹਵਾ ਹੌਲੀ ਜਿਹੀ ਪੱਤਿਆਂ 'ਚ ਸਰਕੀ, ਜਿਵੇਂ ਜੀਪ ਦੀ ਪਰਾਂ ਦੂਰ ਚਲੀ ਗਈ ਆਵਾਜ਼ ਤੋਂ ਹੁਣ ਕੁਝ ਸੁਰਖਰੂ ਹੋ ਗਈ ਹੋਵੇ। ਜੰਗਲ ਦੇ ਪੱਤਿਆਂ ਦਾ ਕੱਚਾ ਸਾਵਾ ਰੰਗ ਤਰਕਾਲ ਨਾਲ ਕੁਝ ਪੱਕਾ ਸਾਵਾ ਹੁੰਦਾ ਪਿਆ ਸੀ ਕਿ ਡੁੱਬਦੇ ਸੂਰਜ ਦੀ ਲਾਲੀ ਨੇ ਉਹਨੂੰ ਘੜੀ ਲਈ ਸੁਹਾ ਸੁਨਹਿਰੀ ਕਰ ਦਿੱਤਾ ਤੇ ਸੂਰਜ ਦੀ ਲਾਲੀ ਦੇ ਇੱਕ ਟੁਕੜੇ ਨੇ ਰੁੱਖਾਂ ਦੇ ਪੱਤਿਆਂ ਨੂੰ ਜਿਵੇਂ ਹੱਥ ਨਾਲ ਪਰਾਂ ਕਰਕੇ ਰੁੱਖਾਂ ਦੇ ਝੁੰਡ ਦੀ ਉਸ ਲੁਕਵੀਂ ਥਾਵੇਂ ਵੇਖਿਆ, ਜਿੱਥੇ ਗੂੜੇ ਬਦਾਮੀ ਰੰਗ ਦਾ ਇੱਕ ਮੁਸ਼ਕੀ ਘੋੜਾ ਖਲੋਤਾ ਹੋਇਆ ਸੀ ਤੇ ਘੋੜੇ ਦੀ ਪਿੱਠ ਤੋਂ ਲੈ ਕੇ ਉਹਦਾ ਸਵਾਰ ਆਪਣੀਆਂ ਮੋਟੀਆਂ ਚੀਰਵੀਆਂ ਅੱਖਾਂ 'ਚ ਜ਼ਿੰਦਗੀ ਦਾ ਕੋਈ ਭੇਤ ਛੁਪਾਈ ਘੋੜੇ ਦੀ ਪਿੱਠ ਉੱਤੇ ਹੱਥ ਫੇਰਦਾ ਪਿਆ ਸੀ। ਸੂਰਜ ਦੀ ਲਾਲੀ ਦਾ ਉਹ ਟੁਕੜਾ ਜਿਵੇਂ ਇੱਕ ਪਲਾਕੀ ਮਾਰ ਕੇ ਘੋੜੇ ਦੀ ਪਿੱਠ ਤੇ ਬਹਿ ਗਿਆ ਤੇ ਕੋਲ ਖਲੋਤੇ ਸਵਾਰ ਦੀਆਂ ਅੱਖਾਂ 'ਚ ਵੇਖਣ ਲੱਗਾ। ਪਤਾ ਨਹੀਂ ਇਹ ਘੋੜੇ ਦੇ ਪਿੰਡੇ ਦਾ ਬਦਾਮੀ ਰੰਗ ਸੀ ਜੋ ਸਵਾਰ ਦੀਆਂ ਅੱਖਾਂ 'ਚ ਪੈਂਦਾ ਪਿਆ ਸੀ, ਜਾਂ ਸਵਾਰ ਦੀਆਂ ਅੱਖਾਂ ਦਾ ਰੰਗ ਸੀ ਜੋ ਘੋੜੇ ਦੇ ਪਿੰਡੇ ਤੇ ਲਿਸ਼ਕਦਾ ਪਿਆ ਸੀ। ਦੋਵੇਂ ਘੋੜਾ ਤੇ ਸਵਾਰ ਇੱਕੋ ਜਿਹੀਆਂ ਵਧੀਆ ਨਸਲ ਦੇ ਜਾਪ ਰਹੇ ਸਨ। ਸੂਹੀ ਧੁੱਪ ਦਾ ਉਹ ਟੁਕੜਾ ਘੋੜੇ ਦੀ ਪਿੱਠ ਉੱਤੇ ਬੈਠਾ ਹੋਇਆ ਸ਼ਾਇਦ ਘੋੜਿਆਂ ਦੀ ਵਧੀਆ ਨਸਲ ਬਾਰੇ ਵੀ ਸੋਚ ਰਿਹਾ ਸੀ ਤੇ ਇਨਸਾਨਾਂ ਦੀ ਵਧੀਆ ਨਸਲ ਬਾਰੇ ਵੀ, ਕਿ ਉਹ ਹੌਲੀ ਜਿਹੀ ਘੋੜੇ ਦੀ ਪਿੱਠ ਉੱਤੇ ਉਤਰ ਕੇ ਕੋਲ ਖਲੋਤੇ ਸਵਾਰ ਦੀ ਬਾਹ ਨਾਲ ਲੱਗ ਗਿਆ। ਸਵਾਰ ਦੇ ਮੋਢਿਆਂ ਦੁਆਲੇ ਇੱਕ ਕੰਬਲ ਦੀ ਝੁੰਬ ਜਿਹੀ ਸੀ ਤੇ ਸ਼ਾਇਦ ਕੰਬਲ ਦੇ ਵਿੱਚੋਂ ਦੀ ਵੀ ਅੰਦਰ ਉਹਦੀ ਬਾਹ ਨੂੰ ਜਾਪਿਆ ਜਿਵੇਂ ਸੂਈ ਧੁੱਪ ਦੇ ਟੁਕੜੇ ਨੇ ਉਹਦੀ ਕੂਹਣੀ ਫੜੀ ਹੋਵੇ। ਉਹਨੇ ਹੌਲੀ ਜਿਹੀ ਮੁਸਕਰਾ ਕੇ ਧੁੱਪ ਦੇ ਉਸ ਟੁਕੜੇ ਵੱਲ ਵੇਖਿਆ, ਫਿਰ ਕੰਬਲ ਦੀ ਝੁੰਬ ਖੋਲੀ। ਅੰਦਰ ਜਿੱਥੇ ਉਹਦੇ ਮੋਢੇ ਨਾਲ ਬੰਦੂਕ ਲੱਗੀ ਸੀ, ਉਹਦੇ ਕੋਲ ਜਿਵੇਂ ਉਸ ਧੁੱਪ ਦੇ ਟੁਕੜੇ ਨੂੰ ਸਾਂਭ ਕੇ ਉਹਨੇ ਫਿਰ ਕੰਬਲ ਦੀ ਝੁੰਬ ਮਾਰ ਲਈ। ਕੰਬਲ ਦੀ ਝੁੰਬ ਹੇਠਾਂ ਸ਼ਾਇਦ ਉਹਨੂੰ ਦੋਵੇਂ ਚੀਜ਼ਾਂ ਚਾਹੀਦੀਆਂ ਸਨ, ਇੱਕ ਬੰਦੂਕ ਵੀ ਤੇ ਧੁੱਪ ਦਾ ਇੱਕ ਟੁਕੜਾ ਵੀ। ਪਰਾਂ ਸ਼ਹਿਰ ਨੂੰ ਜਾਂਦੀ ਸੜਕ ਜਿਹੜੀ ਹੁਣ ਫੇਰ ਕੁਝ ਨਿੱਸਲ ਜਿਹੀ ਹੋ ਗਈ ਸੀ, ਇੱਕੋ ਵਾਰਗੀ ਤਰਬਕੀ, ਜਿਵੇਂ ਨੀਂਦਰ ਦੀ ਝਪਕੀ 'ਚ ਉਹਨੇ ਇੱਕ ਡਰਾਉਣਾ ਸੁਪਨਾ ਵੇਖਿਆ ਹੋਵੇ। ਜਿਹੜੀ ਜੀਪ ਘੜੀ ਪਹਿਲਾਂ ਉੱਥੋਂ ਲੰਘ ਕੇ ਗਈ ਸੀ, ਉਹ ਫਿਰ ਪਿਛਾਂ ਮੁੜਦੀ ਪਈ ਸੀ ਤੇ ਆਲੇ ਦੁਆਲੇ ਸੜਕ ਦੇ ਦੋਹੀਂ ਬੰਨੀ ਮੱਠੀ ਚਾਲੇ ਪਈ ਹੋਈ ਕੁਝ ਘੋਖਦੀ ਪਈ ਸੀ। ਸੜਕ ਨੂੰ ਪਤਾ ਸੀ ਕਿ ਜੀਪ ਦਾ ਕੀ ਗਵਾਚਾ ਸੀ ਤੇ ਸ਼ਾਇਦ ਉਹਨੇ ਹੀ ਸੂਰਜ ਨੂੰ ਛੇਤੀ ਨਾਲ ਮੂੰਹ ਪਰਾਂ ਕਰਨ ਲਈ ਆਖਿਆ ਕਿ ਪਲਾਂ 'ਚ ਚਾਰੇ ਪਾਸੇ ਹਨੇਰਾ ਵਰਤ ਗਿਆ। ਜੀਪ ਵਾਲਿਆਂ ਨੂੰ ਦਿਸਿਆ ਕੁਛ ਨਹੀਂ, ਪਰ ਉਂਝ ਹੀ ਉਹਨਾਂ 'ਚੋਂ ਇੱਕ ਖਿੱਚ ਕੇ ਇੱਕ ਬੰਨੇ ਗੋਲੀ ਚਲਾਈ। ਜੰਗਲ ਦੇ ਕੁਝ ਜਨੌਰ ਤਰਬ ਕੇ ਪਰ ਇੱਕ ਰੁੱਖ ਤੇ ਤੋਂ ਉੱਡ ਕੇ ਦੂਜੇ ਤੇ ਬਹਿੰਦੇ ਸ਼ਾਂਤ ਸ਼ਾਇਦ ਸਮਝ ਗਏ ਕਿ ਗੋਲੀ ਉਹਨਾਂ ਵਾਸਤੇ ਨਹੀਂ ਸੀ। ਸਿਰਫ ਰੁੱਖਾਂ ਦੇ ਝੁੰਡ 'ਚ ਖਲੋਤੇ ਸਵਾਰ ਨੇ ਆਪਣੇ ਘੋੜੇ ਦੀ ਗਰਦਨ ਤੇ ਹੱਥ ਰੱਖ ਕੇ ਜਿਵੇਂ ਉਹਨੂੰ ਤਸੱਲੀ ਦਿੱਤੀ, ਤੈਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ ਕਿ ਗੋਲੀ ਸਾਡੇ ਵਾਸਤੇ ਹੈ, ਪਰ ਫਿਕਰ ਨਾ ਕਰ। ਉਹਨਾਂ ਨੇ ਥੋ ਟਿਕਾਣਾ ਲੱਭ ਕੇ ਨਹੀਂ ਚਲਾਈ। ਰੁੱਖਾਂ ਨੇ ਘੋੜੇ ਦਾ ਤੇ ਸਵਾਰ ਦਾ ਭੇਤ ਜਿਵੇਂ ਸਾਂਭਿਆ ਹੋਇਆ ਸੀ ਉਵੇਂ ਸਾਂਭੀ ਰੱਖਿਆ ਤੇ ਬਾਹਰਲੀ ਸੜਕ ਵਾਲੀ ਜੀਪ ਫੇਰ ਮੁੜ ਕੇ ਅਗਲੇ ਪਾਸੇ ਚਲੀ ਗਈ। ਘੋੜੇ ਦੇ ਸਵਾਰ ਨੇ ਰੁੱਖ ਦੇ ਇੱਕ ਤਣੇ ਨਾਲ ਢੋ ਲਾ ਲਈ
ਤੇ ਜੀਪ ਦੀ ਦੂਰ ਜਾਂਦੀ ਆਵਾਜ਼ ਨੂੰ ਸੁਣਦਾ ਰਿਹਾ। ਰੁੱਖ ਨਾਲੋਂ ਕੁਝ ਪੱਤੇ ਝੜ ਕੇ ਸਵਾਰ ਦੇ ਮੋਢਿਆਂ ਤੇ ਡਿੱਗੇ। ਇਸ ਵੇਲੇ ਤਰਕਾਲਾਂ ਦੇ ਹਨੇਰੇ 'ਚ ਪੱਤਿਆਂ ਦਾ ਰੰਗ ਵੀ ਹਨੇਰੇ ਰੰਗਾ ਸੀ, ਪਰ ਇੱਕ ਵਾਰੀ ਉਹ ਅਸਲੋਂ ਚਿੱਟੇ ਖੰਭਾਂ ਵਰਗੇ ਹੋ ਕੇ ਉਹਦੀਆਂ ਅੱਖਾਂ ਅੱਗੇ ਖਿਲਰ ਗਏ। ਸਵਾਰ ਦੇ ਹੋਠਾਂ ਵਿੱਚੋਂ ਹਲਕਾ ਜਿਹਾ ਹੌਕਾ ਨਿਕਲ ਗਿਆ। ਉਹਨੂੰ ਬਹੁਤ ਵਰ੍ਹੇ ਪਹਿਲਾਂ ਦਾ ਇੱਕ ਵੇਲਾ ਚੇਤੇ ਆ ਗਿਆ, ਜਦੋਂ ਉਹਨੇ ਬਾਲ ਜਏ ਨੇ ਆਪਣੇ ਪਿੰਡ ਦੀ ਰੱਖ 'ਚ ਇੱਕ ਸ਼ਿਕਾਰੀ ਨੂੰ ਇੱਕ ਚਿੱਟੇ ਕਬੂਤਰ ਉੱਤੇ ਗੋਲੀ ਚਲਾਉਂਦਿਆਂ ਵੇਖਿਆ ਸੀ, ਤੇ ਫਿਰ ਰੱਖ ਦੀ ਸਾਵੀ ਜ਼ਮੀਨ ਉੱਤੇ ਉਹਨੇ ਚਿੱਟੇ ਖੰਭਾਂ ਦਾ ਇੱਕ ਢੇਰ ਜਿਹਾ ਤੱਕਿਆ ਸੀ। ਮੱਲੋ ਮੱਲੀ ਉਹਦਾ ਧਿਆਨ ਉਹ ਤਾਂ ਰੁੱਖ ਦੀ ਇੱਕ ਉੱਚੀ ਟਾਹਣੀ ਵੱਲ ਚਲਾ ਗਿਆ। ਟਾਹਣੀ ਦੇ ਆਲਣੇ ਵਿੱਚੋਂ ਹੁਣੇ ਜਿਵੇਂ ਇੱਕ ਛੋਟਾ ਜਿਹਾ ਪੰਛੀ ਬੋਟ ਜਿਹਾ ਘਬਰਾ ਕੇ ਉੱਡਿਆ ਹੋਵੇ, ਨਿੱਕੇ ਨਿੱਕੇ ਖੰਭਾਂ ਨੂੰ ਤੋਲਦਾ, ਫਿਰ ਹੇਠਲੀ ਟਾਹਣੀ ਤੇ ਡਿੱਗਦਾ, ਮੁੜ ਕੇ ਫਿਰ ਖੰਭਾਂ ਨੂੰ ਖੋਲਦਾ, ਉੱਡਦਾ ਤੇ ਫਿਰ ਸਿਮਟ ਕੇ ਇੱਕ ਹੋਰ ਟਾਹਣੀ ਤੇ ਡਿੱਗਦਾ। ਉਹਨੇ ਇੱਕ ਪੀੜ ਜਿਹੀ ਨਾਲ ਅੱਖਾਂ ਮੀਟ ਲਈਆਂ। ਬੋਟ ਦੇ ਉੱਡਣ ਤੇ ਡਿੱਗਣ ਵਾਲੀ ਗੱਲ ਵੀ ਅੱਜ ਦੀ ਨਹੀਂ ਸੀ, ਬਹੁਤ ਵਰ੍ਹੇ ਪਹਿਲਾਂ ਦੀ ਸੀ। ਉਸੇ ਦਿਨ ਦੀ ਜਿਸ ਦਿਨ ਉਹਨੇ ਰੱਖ ਵਿੱਚ ਚਿੱਟੇ ਖੰਭਾਂ ਦਾ ਢੇਰ ਵੇਖਿਆ ਸੀ। ਪਰ ਉਹ ਬੀਤਿਆ ਹੋਇਆ ਕੱਲ ਕਈ ਵਾਰ ਅਚਾਨਕ ਉਹਦੇ ਅੱਜ ਵਿੱਚ ਆ ਜਾਂਦਾ ਹੁੰਦਾ ਸੀ। ਅੱਜ ਵੀ ਆ ਗਿਆ। ਉਹਨੂੰ ਜਾਪਿਆ ਜਿਵੇਂ ਨਿੱਕਾ ਜਿਹਾ ਪੰਛੀ ਕਈ ਵਰ੍ਹਿਆਂ ਤੋਂ ਉਸੇ ਤਰ੍ਹਾਂ ਉੱਡ ਰਿਹਾ, ਉਸੇ ਤਰ੍ਹਾਂ ਡਿੱਗ ਰਿਹਾ, ਫਿਰ ਉਸੇ ਤਰ੍ਹਾਂ ਉੱਡ ਰਿਹਾ। ਤਰਕਾਲ ਹੁਣ ਰਾਤ ਜੀ ਹੋ ਗਈ ਸੀ, ਪਰ ਅਜੇ ਵੀ ਸ਼ਾਇਦ ਘੋੜੇ ਤੇ ਸਵਾਰ ਹੋ ਕੇ ਸੜਕ ਉੱਤੋਂ ਦੀ ਜਾਣਾ ਖਤਰੇ ਦੀ ਹੱਦ ਤੋਂ ਉਰਾਂ ਸੀ। ਇਸ ਲਈ ਸਵਾਰ ਨੇ ਘੋੜੇ ਦੀ ਲਗਾਮ ਇੱਕ ਰੁੱਖ ਨਾਲ ਬੰਨੀ ਤੇ ਕੁਝ ਚਿਰ ਆਪਣਾ ਸਿਰ ਘੋੜੇ ਦੀ ਗਰਦਨ ਨਾਲ ਲਾਈ ਰੱਖਿਆ, ਜਿਵੇਂ ਘੋੜੇ ਨੂੰ ਰਾਤ ਜੰਗਲ 'ਚ ਇਕੱਲਿਆਂ ਰਹਿਣ ਦੀ ਗੱਲ ਸਮਝਾ ਰਿਹਾ ਹੋਵੇ। ਤੇ ਫਿਰ ਉਹ ਮੋਢੇ ਤੋਂ ਪਲਮੀ ਹੋਈ ਕੰਬਲ ਦੀ ਝੁੰਬ ਨੂੰ ਸਵਾਰਿਆਂ ਕਰਕੇ ਰੁੱਖਾਂ ਦੇ ਉਸ ਝੁੰਡ 'ਚੋਂ ਬਾਹਰ ਆ ਕੇ ਸੜਕ ਵੱਲ ਤੁਰ ਪਿਆ। ਸੜਕ ਦੇ ਸੱਜੇ ਬੰਨੇ ਚੋਖੀ ਦੂਰ ਤੱਕ ਇਹ ਜੰਗਲ ਪੈਂਦਾ ਸੀ, ਪਰ ਖੱਬੇ ਪਾਸੇ ਦਾ ਕੁਝ ਰਾਹ ਚੀਰ ਕੇ ਇੱਕ ਛੋਟੇ ਜਿਹੇ ਸ਼ਹਿਰ ਦੀਆਂ ਬੱਤੀਆਂ ਸਾਹਮਣੇ ਦਿਸ ਪੈਂਦੀਆਂ ਸਨ। ਸਦੀਆਂ ਪੁਰਾਣੇ ਭਰਕਿਆਂ ਦੀ ਜਿਸ ਲਾਗ ਦੀ ਪਹਾੜੀ ਉੱਤੇ ਉਹਦਾ ਤੇ ਉਹਦੇ ਸਾਥੀਆਂ ਦਾ ਡੇਰਾ ਸੀ, ਇਸ ਵੇਲੇ ਉਹ ਕੋਹਾਂ ਦੀ ਵਿੱਥ ਉੱਤੇ ਸੀ। ਅੱਜ ਆਪਣੇ ਸਾਥੀਆਂ ਨੂੰ ਬਚਾਉਣ ਲਈ ਉਹ ਪੁਲਿਸ ਨੂੰ ਆਪਣੇ ਪਿੱਛੇ ਲਾ ਕੇ ਟਿਕਾਣੇ ਤੋਂ ਇੰਨੀ ਦੂਰ ਨਿਕਲ ਆਇਆ ਸੀ ਕਿ ਹੁਣ ਘੋੜੇ ਤੋਂ ਬਿਨਾਂ ਉੱਥੇ ਵਾਪਸ ਪਹੁੰਚਣਾ ਨਹੀਂ ਸੀ ਹੋ ਸਕਦਾ। ਉਹਨੇ ਸੜਕ ਦੇ ਖੱਬੇ ਪਾਸੇ ਦਾ ਰਾਹ ਫੜਿਆ ਤੇ ਨਾਲ ਲੱਗਦੇ ਅਜਨਬੀ ਸ਼ਹਿਰ ਦੇ ਚਾਨਣ ਦੀ ਸੇਧ ਲੈ ਲਈ। ਸ਼ਹਿਰ ਦੇ ਅਸਲੋਂ ਨੇੜੇ ਤੱਕ ਝਾੜੀਆਂ ਦਾ ਓਲਾ ਸੀ ਤੇ ਬਾਹਰਲੀ ਵੱਡੀ ਸੜਕ ਉੱਥੋਂ ਚੋਖੀ ਦੂਰ ਪੈਂਦੀ ਸੀ। ਇਸ ਲਈ ਉਹ ਪੱਕੇ ਪੈਰ ਧਰਦਾ ਜਦੋਂ ਸ਼ਹਿਰ ਦੇ ਨੇੜੇ ਪਹੁੰਚ ਗਿਆ ਤਾਂ ਉਹਨੇ ਕਿਆਸ ਲਾ ਲਿਆ, ਸ਼ਹਿਰ ਦੀ ਬਾਹਰਲੀ ਗਲੀ ਨੱਚਣ ਗਾਉਣ ਵਾਲਿਆਂ ਦੀ ਗਲੀ ਹੈ। ਸ਼ਹਿਰ ਦਾ ਪਰਲਾ ਹਿੱਸਾ ਨੀਂਦਰ ਚੁੰਗਲਾਉਂਦਾ ਜਾਪਦਾ ਸੀ, ਪਰ ਉਰਲੀ ਗਲੀ ਅਜੇ ਜਾਗਦੀ ਸੀ। ਉਹ ਅਜੇ ਚਾਨਣ ਨਾਲ ਵੀ ਧੁਖਦੀ ਪਈ ਸੀ ਤੇ ਘੁੰਗਰੂਆਂ ਆਵਾਜ਼ਾਂ ਦੀ ਆਵਾਜ਼ ਨਾਲ ਵੀ। ਸ਼ਹਿਰ ਦੇ ਬੰਦ ਘਰਾਂ ਵਾਲੇ ਹਿੱਸੇ 'ਚ ਓਟ ਲੈਣੀ ਔਖੀ ਹੁੰਦੀ ਹੈ। ਉੱਥੇ ਖਾਲੀ ਸੁੰਨੀਆਂ ਗਲੀਆਂ ਵੀ ਕਿਸੇ ਗੈਰ ਨੂੰ ਨਹੀਂ ਅਪਣਾਉਂਦੀਆਂ, ਪਰ ਖੁੱਲੇ ਬੂਹਿਆਂ ਵਾਲੇ ਘਰਾਂ ਦੀ ਗਲੀ ਰੋਜ਼ ਦੇ ਆਪਣਿਆਂ ਨੂੰ ਵੀ ਉਵੇਂ ਅਪਣਾਉਂਦੀ ਹੈ ਜਿਵੇਂ ਗੈਰਾਂ ਨੂੰ। ਤੇ ਉਹ ਕੁਝ ਇੰਜ ਦਾ ਸੋਚਦਾ ਜਿਹਾ ਸ਼ਹਿਰ ਦੀ ਉਸ ਗਲੀ ਵੱਲ ਹੋ ਗਿਆ ਜੋ ਉਹਦੇ ਜਿਹੇ ਕਈਆਂ ਗੈਰਾਂ ਦੀ ਗਲੀ ਸੀ। ਜ਼ਿੰਦਗੀ 'ਚੋਂ ਕਿਸੇ ਅਜਿਹੀ ਗਲੀ ਪਹਿਲੀ ਵਾਰ ਆਇਆ ਸੀ, ਅਜਿਹੀ ਗਲੀ ਜੋ ਉਹ ਗਲੀ ਦਾ ਬੁਲਾਇਆ ਆਉਂਦਾ ਤਾਂ ਸ਼ਾਇਦ ਪਹਿਲੀ ਵਾਰ ਦੇ ਸੰਕੋਚ 'ਚ ਉਹਨੂੰ ਉੱਪਰੀ ਲੱਗਦੀ। ਪਰ ਅੱਜ ਜਦੋਂ ਕਿ ਇਸ ਗਲੀ ਨੇ ਉਹਦੇ ਤਨ ਨੂੰ ਬੁਲਾਇਆ ਸੀ ਤਾਂ ਮਨ ਨੂੰ ਉਹਨੂੰ ਆਪਣੀ ਜਿਹੀ ਲੱਗੀ। ਗਲੀ ਦੇ ਮੋੜ ਵਾਲੇ ਘਰ 'ਚ ਬਾਕੀ ਘਰਾਂ ਨਾਲੋਂ ਵੀ ਤਿੱਖਾ ਚਾਨਣ ਸੀ ਤੇ ਬਾਕੀ ਘਰਾਂ ਨਾਲੋਂ ਵੀ ਉੱਚੀ ਘੁੰਗਰੂਆਂ ਦੀ ਆਵਾਜ਼ ਸੀ ਤੇ ਉਹਨੂੰ ਜਾਪਿਆ ਸ਼ਾਇਦ ਇੱਥੇ ਗੈਰਾਂ ਦੀ ਗਿਣਤੀ ਬਹੁਤੀ ਹੋਏਗੀ ਤੇ ਇੱਕ ਗੈਰ ਦਾ ਬਹੁਤੇ ਗੈਰਾਂ 'ਚ ਰਲ ਜਾਣਾ ਉਹਦੇ ਖਤਰੇ ਨੂੰ ਘਟਾਉਂਦਾ ਜਾਪਿਆ। ਉਸ ਘਰ ਦਾ ਸਿੱਧਾ ਪੌੜੀਆਂ ਵਾਲਾ ਰਾਹ ਉਹਦੇ ਲਈ ਵੀ ਉਨਾ ਹੀ ਖੁੱਲ੍ਹਾ ਸੀ ਜਿੰਨਾ ਕਿਸੇ ਹੋਰ ਲਈ, ਪਰ ਗਲੀ ਦੀਆਂ ਕਈ ਪੌੜੀਆਂ ਤੋਂ ਉਤਰਦੇ ਤੇ ਕਈਆਂ ਪੌੜੀਆਂ ਤੋਂ ਚੜ੍ਹਦੇ ਲੋਕ ਉਹਨੂੰ ਗਲੀ ਦੇ ਫਰਸ਼ ਉੱਤੇ ਪਏ ਹੋਏ ਮੈਲੇ ਤੇ ਪਾਟੇ ਕਾਗਜ਼ਾਂ ਵਰਗੇ ਲੱਗੇ ਤੇ ਅਚਾਨਕ ਉਹਦੇ ਪੌੜੀਆਂ ਚੜ੍ਹਨ ਲੱਗੇ ਦੇ ਪੈਰ ਅਟਕ ਗਏ। ਫਿਰ ਗਲੀ ਦੇ ਮੋੜ ਤੋਂ ਪਿਛਾਂ ਪਰਤਿਆ ਤੇ ਮੋੜ ਵਾਲੇ ਘਰ ਦੀ ਪਿਛਲੀ ਉਜਾੜ ਵੱਲ ਖੁੱਲਦੀ ਬਾਰੀ ਹੇਠ ਖਲੋ ਕੇ ਜਿਵੇਂ ਅੱਖਾਂ ਨਾਲ ਉਹਦੀ ਉਚਾਈ ਨਾਪਣ ਲੱਗਾ। ਇਸ ਵੇਲੇ ਉਹ ਚਾਨਣ ਦੀ ਪਿੱਠ ਨਾਲ ਲੱਗੇ ਹੋਏ ਹਨੇਰੇ 'ਚ ਖਲੋਤਾ ਹੋਇਆ ਸੀ ਤੇ ਇੱਥੋਂ ਦੂਰ ਧਾਰ ਤੱਕ ਬਾਹਰਲੀ ਸੜਕ ਦਿਸਦੀ ਸੀ। ਕੁਛ ਦੇਰ ਉਂਝ ਦਾ ਉਂਝ ਖਲੋਤਾ ਰਿਹਾ ਤੇ ਦੂਰ ਸੜਕ ਵੱਲ ਇੰਝ ਵੇਖਦਾ ਰਿਹਾ ਜਿਵੇਂ ਪਿੱਛਾ ਕਰਨ ਵਾਲਿਆਂ ਨੂੰ ਉਡੀਕ ਰਿਹਾ ਹੋਵੇ। ਤੇ ਫਿਰ ਅਚਾਨਕ ਉਹਨੂੰ ਦੂਰ ਬਾਹਰਲੀ ਸੜਕ ਵੱਲੋਂ ਇੱਕ ਜੀਪ ਸ਼ਹਿਰ ਦੀ ਸੜਕ ਵੱਲ ਨੂੰ ਆਉਂਦੀ ਦਿਸੀ।
ਉਹਨੂੰ ਜਾਪਿਆ ਉੱਥੇ ਖਲੋਤਾ ਇੱਕ ਖਤਰੇ ਨਾਲ ਖੇਡ ਰਿਹਾ ਹੈ। ਉਹਨੂੰ ਕਾਹਲੀ ਨਾਲ ਕੰਧ ਨੂੰ ਹੱਥ ਪਾ ਕੇ ਪੈਰਾਂ ਨੂੰ ਕੰਧ ਦੀਆਂ ਖੁੱਡਾਂ ਜਿਹੀਆਂ 'ਚ ਅੜਾਇਆ ਤੇ ਫਿਰ ਘਰ ਦੇ ਪਿਛਵਾੜੇ ਦੀ ਬਾਰੀ ਨੂੰ ਹੱਥ ਪਾ ਲਿਆ। ਬਾਰੀ ਨੂੰ ਕੁੰਡੀ ਦੀ ਮਸਾਂ ਅੜੇਸ ਦਿੱਤੀ ਹੋਈ ਸੀ ਜੋ ਉਹਦੇ ਪੋਲੇ ਜੇ ਧੱਕੇ ਨਾਲ ਖੁੱਲ ਗਈ। ਉਂਝ ਵੀ ਉਹਨੇ ਵੇਖਿਆ ਕਿ ਬਾਰੀ ਦਾ ਇੱਕ ਸ਼ੀਸ਼ਾ ਚੱਪਿਓਂ ਬਹੁਤਾ ਟੁੱਟਾ ਹੋਇਆ ਸੀ ਤੇ ਜਿਹਦੇ 'ਚ ਹੱਥ ਪਾ ਕੇ ਉਹ ਪੀਡੀ ਕੁੰਡੀ ਨੂੰ ਵੀ ਖੋਲ ਸਕਦਾ ਸੀ। ਕਮਰੇ ਦੇ ਹਨੇਰੇ ਨਾਲ ਅਜੇ ਉਹਦੀਆਂ ਅੱਖਾਂ ਵਾਕਫ ਨਹੀਂ ਸੀ ਹੋਈਆਂ ਕਿ ਖੱਬੀ ਕੰਧ ਨਾਲ ਪਿਆ ਹੋਇਆ ਇੱਕ ਮੇਜ਼ ਜਿਹਾ ਗੋਡੇ ਨਾਲ ਟਕਰਾਇਆ, ਪਰ ਉਸ ਤੋਂ ਨਾਲ ਲੱਗਦੇ ਕਮਰੇ 'ਚ ਤਬਲੇ ਵਾਜੇ ਦੀ ਤੇ ਘੁੰਗੂਰਾਂ ਦੀ ਆਵਾਜ਼ ਇੰਨੀ ਉੱਚੀ ਸੀ ਕਿ ਗੋਡੇ ਨਾਲ ਟਕਰਾਉਂਦੇ ਮੇਜ਼ ਦਾ ਖੜਾਕ ਉਹਦੇ ਵਿੱਚ ਡੁੱਬ ਗਿਆ ਤੇ ਸ਼ਾਇਦ ਗੀਤ ਦੇ ਇੱਕ ਬੋਲ ਵਿੱਚ ਗੋਡੇ ਦੀ ਚੀਸ ਵੀ ਡੁੱਬ ਗਈ। ਨਾਲ ਦੇ ਕਮਰੇ 'ਚੋਂ ਆਵਾਜ਼ ਆ ਰਹੀ ਸੀ, ਮੇਰਾ ਜਾਮ ਖਾਲੀ ਹੋ ਰਹਾ, ਭਰ ਲੂੰ ਜ਼ਰਾ, ਜੀਨੇ ਦੀ ਬਾਤ ਫਿਰ ਸਹੀ, ਮਰ ਲੂੰ ਜ਼ਰਾ। ਤੇ ਹਨੇਰੇ 'ਚ ਮੇਜ਼ ਨੂੰ ਟੋਂਦਿਆਂ ਤੇ ਮੇਜ਼ ਦੇ ਤੇ ਕੰਧ ਦੇ ਵਿਚਾਲੇ ਦੀ ਥਾਂ 'ਚ ਆਪਣੇ ਆਪ ਨੂੰ ਛੁਪਾਉਂਦਿਆਂ ਨੂੰ ਖਿਆਲ ਆਇਆ, ਇਹ ਮੁਜਰੇ ਦੇ ਬੋਲ ਕਿਹੋ ਜਿਹੇ ਨੇ? ਜਿੱਥੇ ਹੱਥ ਲਾਇਆ ਤਬਲੇ ਦਾ ਮੋਇਆ ਹੋਇਆ ਚਮੜਾ ਜਿਉਂ ਪੈਂਦਾ ਹੈ, ਉੱਥੇ ਕੋਈ ਜਿਉਣ ਦੀ ਗੱਲ ਨੂੰ ਟਾਲ ਕੇ ਮਰਨ ਦੀ ਗੱਲ ਕਰ ਰਿਹਾ। ਦੋਵਾਂ ਕਮਰਿਆਂ ਦੇ ਵਿਚਕਾਰ ਸਿਰਫ ਕੰਧ ਦਾ ਫਾਸਲਾ ਸੀ ਤੇ ਉਸ ਕਮਰੇ 'ਚ ਜਿੰਨੀਆਂ ਆਵਾਜ਼ਾਂ ਸਨ ਉਹ ਸਾਰੀਆਂ ਇਸ ਕਮਰੇ 'ਚ ਆਉਂਦੀਆਂ ਪਈਆਂ ਸਨ। ਸਿਰਫ ਉਸ ਕਮਰੇ ਦਾ ਇੱਕ ਚਾਨਣ ਸੀ ਜਿਹਨੂੰ ਉਸ ਕਮਰੇ 'ਚ ਆਉਣ ਦਾ ਹੱਕ ਨਹੀਂ ਸੀ ਜਾਪਦਾ ਤੇ ਉਹਨੂੰ ਹਨੇਰੇ ਦੀ ਗੁੱਠ 'ਚ ਬੈਠੇ ਹੋਏ ਨੂੰ ਜਾਪਿਆ ਜਿਵੇਂ ਉਸ ਕਮਰੇ ਦੇ ਚਾਨਣ ਨੇ ਆਪਣੇ ਦਿਲ ਦਾ ਸਾਰਾ ਹਨੇਰਾ ਇਸ ਕਮਰੇ 'ਚ ਰੱਖਿਆ ਹੋਵੇ। ਰੋਜ਼ ਮੁਜਰਾ ਖਤਮ ਹੋਣ ਤੇ ਜਦੋਂ ਲੋਕ ਪੌੜੀਆਂ ਉਤਰਦੇ ਸੀ, ਚੰਪਾ ਕਮਰੇ ਦੀਆਂ ਜਗਦੀਆਂ ਬੱਤੀਆਂ 'ਚ ਇੱਕ ਬੁਝੀ ਹੋਈ ਬੱਤੀ ਵਾਂਗ ਕੁਝ ਚਿਰ ਖਲੋਤੀ ਜਿਹੀ ਰਹਿ ਜਾਂਦੀ ਸੀ। ਅੱਜ ਵੀ ਕਮਰੇ ਦੇ ਫਰਸ਼ ਉੱਤੇ ਕੁਝ ਖਾਲੀ ਬੋਤਲਾਂ ਸਨ, ਕੁਝ ਖਾਲੀ ਗਿਲਾਸ ਤੇ ਕੁਝ ਖਾਲੀ ਸਿਗਰਟਾਂ ਦੀਆਂ ਡੱਬੀਆਂ ਤੇ ਚੰਪਾ ਫਰਸ਼ ਉੱਤੇ ਖਿਲਰੇ ਹੋਏ ਫੁੱਲਾਂ ਨੂੰ ਇੱਕ ਮੁੱਠ ਲੈ ਕੇ ਅਚਾਨਕ ਇੰਜ ਸੁੰਘਣ ਲੱਗ ਪਈ ਜਿਵੇਂ ਵੇਖਣ ਲੱਗੀ ਹੋਵੇ ਕਿ ਫੁੱਲ ਵੀ ਹੁਣ ਖੁਸ਼ਬੂ ਤੋਂ ਖਾਲੀ ਹਨ ਕਿ ਨਹੀਂ। ਸਿਰਫ ਅੱਜ ਨਹੀਂ, ਚੰਪਾ ਨੂੰ ਰੋਜ਼ ਜਾਪਦਾ ਸੀ ਕਿ ਦੁਨੀਆ ਦੇ ਕੁਝ ਫੁੱਲ ਰੋਜ਼ ਇੱਕ ਮਹਿਫਿਲ ਦੀ ਮੌਤ ਮਰਦੇ ਹਨ ਤੇ ਰੋਜ਼ ਮੁਜਰੇ ਦੇ ਖਤਮ ਹੋਣ ਤੇ ਫੁੱਲਾਂ ਦੀਆਂ ਕਿੰਨੀਆਂ ਹੀ ਲਾਸ਼ਾਂ ਫਰਸ਼ ਉੱਤੇ ਪਈਆਂ ਹੋਈਆਂ ਹੁੰਦੀਆਂ ਹਨ। ਅੱਜ ਵੀ ਫਰਸ਼ ਉੱਤੇ ਕੁਝ ਨੋਟ ਪਏ ਹੋਏ ਸਨ, ਫੁੱਲਾਂ ਦੀਆਂ ਲਾਸ਼ਾਂ ਵਰਗੇ, ਤੇ ਚੰਪਾ ਦੀ ਦਾਸੀ ਰੋਜ਼ ਰਾਤੀ ਕਮਰੇ ਨੂੰ ਹੂੰਝਦੀ ਜਦੋਂ ਨੋਟਾਂ ਨੂੰ ਚੁਣਦੀ ਸੀ। ਚੰਪਾ ਨੂੰ ਜਾਪਦਾ ਸੀ ਜਿਵੇਂ ਉਹ ਕੂੜੇ 'ਚ ਡਿੱਗੇ ਹੋਏ ਕੁਝ ਪੈਸਿਆਂ ਨੂੰ ਚੁੱਕ ਰਹੀ ਹੋਵੇ। ਅੱਜ ਵੀ ਚੰਪਾ ਰੋਜ਼ ਵਾਂਗ ਹਲਕੇ ਅਸਮਾਨੀ ਰੇਸ਼ਮ ਦਾ ਸੂਟ ਪਾਈ ਅਜੇ ਉਂਝੀ ਖਲੋਤੀ ਸੀ ਕਿ ਪਹਿਲਾਂ ਗਲੀ 'ਚੋਂ ਕੁਝ ਰੌਲਾ ਜਿਹਾ ਸੁਣਾਈ ਦਿੱਤਾ, ਫਿਰ ਉਹਦੀਆਂ ਆਪਣੀਆਂ ਪੌੜੀਆਂ ਵੱਲੋਂ, ਤੇ ਫਿਰ ਅਚਾਨਕ ਪੁਲਿਸ ਦਾ ਇੱਕ ਇੰਸਪੈਕਟਰ ਉਹਦੇ ਕਮਰੇ 'ਚ ਝਾਕਦਾ ਕਮਰੇ 'ਚ ਲੰਘ ਆਇਆ। ਪੁੱਛਣ ਲੱਗਾ, ਇੱਥੇ ਹੁਣੇ-ਹੁਣੇ ਕੋਈ ਅਜਨਬੀ ਆਇਆ ਸੀ? ਚੰਪਾ ਦੇ ਪੈਰਾਂ 'ਚ ਪਏ ਹੋਏ ਘੁੰਗਰੂਆਂ ਨੇ ਇੱਕ ਵਾਰੀ ਹੈਰਾਨ ਹੋ ਕੇ ਇੰਸਪੈਕਟਰ ਵੱਲ ਵੇਖਿਆ। ਫਿਰ ਚੰਪਾ ਨੇ ਆਖਿਆ, ਇੱਥੇ ਸਭ ਅਜਨਬੀ ਆਉਂਦੇ ਹਨ। ਇੰਸਪੈਕਟਰ ਖਾਲੀ ਜਿਹੇ ਕਮਰੇ ਨੂੰ ਵੇਖਦਾ, ਫਿਰ ਕਮਰੇ ਦੇ ਫਰਸ਼ ਵੱਲ ਵੇਖਣ ਲੱਗ ਪਿਆ ਜਿਵੇਂ ਉਹ ਫੁੱਲਾਂ ਦੀਆਂ ਤੇ ਨੋਟਾਂ ਦੀਆਂ ਲਾਸ਼ਾਂ ਵੇਖ ਰਿਹਾ ਹੋਵੇ। ਪੁੱਛਣ ਲੱਗਾ, ਸਭ ਚਲੇ ਗਏ? ਹਾਂ, ਸਭ, ਚੰਪਾ ਨੇ ਕਹਿ ਦਿੱਤਾ, ਪਰ ਉਹਨੂੰ ਜਾਪਿਆ ਇਹ ਤਾਂ ਕਹਿਣ ਤੇ ਪੁੱਛਣ ਤੋਂ ਬਿਨਾਂ ਵੀ ਦਿਸ ਰਿਹਾ ਸੀ ਕਿ ਸਭ ਚਲੇ ਗਏ। ਇੰਸਪੈਕਟਰ ਨੇ ਹੱਥ ਨਾਲ ਨਹੀਂ ਪਰ ਜਿਵੇਂ ਨਜ਼ਰ ਨਾਲ ਫਰਸ਼ ਉੱਤੇ ਪਏ ਹੋਏ ਕੁਝ ਨੋਟ ਚੁੱਕ ਕੇ ਲਏ ਤੇ ਕਮਰੇ 'ਚੋਂ ਬਾਹਰ ਨੂੰ ਜਾਂਦਾ ਆਖਣ ਲੱਗਾ, ਅੱਜ ਰਾਤੀ ਹੁਸ਼ਿਆਰ ਰਹਿਣਾ, ਇੱਕ ਡਾਕੂ ਕਿਤੇ ਇਸ ਪਾਸੇ ਆਇਆ ਹੈ। ਦਾਸੀ ਦੇ ਸੰਗ 'ਚ ਇੱਕ ਚੀਕ ਜਿਹੀ ਅੜ ਗਈ ਤੇ ਉਹ ਕਮਰੇ ਦਾ ਬੂਹਾ ਬੰਦ ਕਰਦੀ ਘਬਰਾ ਕੇ ਚੰਪਾ ਦੇ ਕੋਲ ਆ ਖਲੋਤੀ। ਕਮਰੇ ਦੇ ਦੋਹੀਂ ਬੰਨੀ ਖੁੱਲੀਆਂ ਬਾਰੀਆਂ ਹੈਰਾਨ ਜਿਹੀਆਂ ਕਦੇ ਬਾਹਰ ਵੱਲ ਨੂੰ ਵੇਖਦੀਆਂ ਰਹੀਆਂ, ਕਦੇ ਅੰਦਰ ਵੱਲ ਨੂੰ, ਤੇ ਦਾਸੀ ਨੇ ਘਬਰਾ ਕੇ ਆਖਿਆ, ਸਭ ਬਾਰੀਆਂ ਬੰਦ ਕਰਦੇ ਆਂ ਬੀਬੀ। ਚੰਪਾ ਪੈਰਾਂ ਦੇ ਘੁੰਗਰੂਆਂ ਵਾਂਗ ਚੁੱਪ ਖਲੋਤੀ ਰਹੀ। ਦਾਸੀ ਨੇ ਬਾਰੀਆਂ ਬੰਦ ਕਰਤੀਆਂ ਤਾਂ ਚੰਪਾ ਕੁਝ ਤਰਪ ਕੇ ਆਖਣ ਲੱਗੀ, ਇੰਜ ਤਾਂ ਸਾਹ ਘੁੱਟਦਾ ਏ ਬਾਂਕੀ, ਇਹ ਪਿੱਛੇ ਵਾਲੀ ਬਾਰੀ ਖੋਲ ਦੇ। ਦਾਸੀ ਹੁਕਮ ਦੀ ਬੱਧੀ ਜਿਹੀ ਬਾਰੀ ਵੱਲ ਮੁੜਨ ਲੱਗੀ ਪਰ ਉਹਦੇ ਪੈਰ ਹੁਕਮ ਨੂੰ ਮੰਨਣੋਂ ਅੜ ਗਏ। ਕਹਿਣ ਲੱਗੀ, ਜੇ ਇਸ ਬਾਰੀ 'ਚੋਂ ਆ ਗਿਆ ਤਾਂ? ਚੰਪਾ ਦੇ ਹੋਠਾਂ ਕੋਲ ਫੁੱਲ ਦੀ ਇੱਕ ਟੁੱਟੀ ਹੋਈ ਪੱਤੀ ਜਿਹੀ ਮੁਸਕਰਾਹਟ ਆਈ। ਆਖਣ ਲੱਗੀ, ਉਹਨੇ ਇੱਥੇ ਆ ਕੇ ਕੀ ਲੈਣਾ? ਚੋਰਾਂ ਦਾ ਤੇ ਹਨੇਰੇ ਦਾ ਇੱਕ ਰਿਸ਼ਤਾ ਹੁੰਦਾ ਹੈ। ਦਾਸੀ ਦੇ ਮਨ 'ਚੋਂ ਹੀ ਉਹ ਖੁੜਕਿਆ। ਆਖਣ ਲੱਗੀ, ਪਿਛਲੇ ਪਾਸੇ ਤਾਂ ਉੱਕਾ ਵਰਾਨਗੀ ਏ। ਚੰਪਾ ਦੇ ਹੋਠਾਂ ਉੱਤੇ ਟੁੱਟੀ ਹੋਈ ਪੱਤੀ ਵਰਗੀ ਮੁਸਕਰਾਹਟ ਵੀ ਝੜ ਗਈ। ਕਹਿਣ ਲੱਗੀ, ਕੀ ਅਗਲੇ ਪਾਸੇ ਵੀਰਾਨਗੀ ਨਹੀਂ? ਦਾਸੀ ਹੈਰਾਨ ਜਿਹੀ ਚੰਪਾ ਵੱਲ ਤੱਕਦੀ ਰਹੀ, ਫਿਰ ਆਖਣ ਲੱਗੀ, ਉਸ ਪਾਸੇ ਤਾਂ ਗਲੀ ਵਸਦੀ ਏ। ਗਲੀ ਵਸਣ ਨਾਲ ਕੀ ਹੁੰਦਾ? ਚੰਪਾ ਨੇ ਹੌਲੀ ਜਿਹੀ ਕਿਹਾ ਤੇ ਅੰਦਰ ਸੌਣ ਵਾਲੇ ਕਮਰੇ 'ਚ ਜਾਣ ਲੱਗੀ ਨੇ ਕਿਹਾ, ਦੇਖ ਬੰਕੀ, ਤੂੰ ਕੁਝ ਖਾ ਲੈ, ਸੌਂ ਜਾ, ਮੇਰਾ ਅਜੇ ਕੁਝ ਖਾਣ ਨੂੰ ਜੀ ਨਹੀਂ ਕਰਦਾ।
ਦਾਸੀ ਨੇ ਕਮਰੇ ਦੇ ਖਿੱਲਰ ਖਿਲਾਰ ਨੂੰ ਹੁੰਝਣ ਲਈ ਝਾੜੂ ਹੱਥ 'ਚ ਲਿਆ, ਪਰ ਝਾੜੂ ਦੀ ਮੁੱਠ ਖੁੱਲ ਗਈ। ਕਮਰੇ ਦੇ ਖਿੱਲਰ ਖਿਲਾਰ 'ਚ ਝਾੜੂ ਵੀ ਤੀਲਾ ਹੋ ਕੇ ਖਿੱਲਰ ਗਿਆ ਤੇ ਮਨ ਦੀਆਂ ਸੋਚਾਂ ਨੂੰ ਇਕੱਠਿਆਂ ਕਰਦੀ ਝਾੜੂ ਦੀ ਮੁੱਠ ਨੂੰ ਬੰਨਣ ਲਈ ਇੱਕ ਰੱਸੀ ਲੱਭਣ ਲੱਗ ਪਈ। ਚੰਪਾ ਨੇ ਆਪਣੇ ਸੌਣ ਵਾਲੇ ਕਮਰੇ ਦਾ ਬੂਹਾ ਲੰਘਦਿਆਂ ਬੂਹੇ ਦੀ ਖੱਬੀ ਕੰਧ ਕੋਲ ਲੱਗੇ ਹੋਏ ਬਿਜਲੀ ਦੇ ਬਟਨ ਨੂੰ ਹੱਥ ਨਾਲ ਟੋਹ ਕੇ ਲੱਭਿਆ ਤੇ ਕਮਰੇ 'ਚ ਚਾਨਣ ਕਰਦੀ ਉਹ ਸਿੱਧਾ ਮੇਜ਼ ਦੇ ਮੈਲੇ ਜਿਹੇ ਸ਼ੀਸ਼ੇ ਅੱਗੇ ਆ ਖਲੋਤੀ। ਚੰਪਾ ਦੇ ਗਲ 'ਚ ਪਿਆ ਹੋਇਆ ਹਲਕੇ ਅਸਮਾਨੀ ਰੰਗ ਦਾ ਸਿਤਾਰਿਆਂ ਵਾਲਾ ਦੁਪੱਟਾ ਸ਼ੀਸ਼ੇ ਨੂੰ ਝਿਲਮਿਲਾ ਗਿਆ ਤੇ ਚੰਪਾ ਨੇ ਦੁਪੱਟੇ ਨੂੰ ਮੋਢਿਆਂ ਦੁਆਲਿਓਂ ਲਾਹ ਕੇ ਪਾਸੇ ਕੋਲ ਪਏ ਹੋਏ ਸਟੂਲ ਉੱਤੇ ਰੱਖਦਿਆਂ ਅੱਜ ਦੇ ਮੁਜਰੇ ਵਾਲੇ ਗੀਤ ਦੀ ਇੱਕ ਸਤਰ ਗੁੰਗੁਨਾਈ, ਜੀਨੇ ਕੀ ਬਾਤ ਫਿਰ ਸਹੀ ਮਰ ਲੂੰ ਜ਼ਰਾ। ਤੇ ਸ਼ੀਸ਼ੇ ਅੱਗੇ ਖਲੋਤੀ ਹੋਈ ਚੰਪਾ ਜਿਵੇਂ ਜਿਉਣ ਦੇ ਸਾਰੇ ਸਮਾਨ ਨੂੰ ਇੱਕ ਇੱਕ ਕਰਕੇ ਪਿੰਡੇ ਤੋਂ ਲਾਉਣ ਲੱਗ ਪਈ। ਪਹਿਲਾਂ ਮੱਥੇ ਦਾ ਟਿੱਕਾ, ਫਿਰ ਕੰਨਾਂ ਦੇ ਝੁਮਕੇ, ਫਿਰ ਗਲ ਦੇ ਮੋਤੀ ਤੇ ਗਲ ਦੀ ਚੋਲੀ ਤੇ ਪਿੱਠ ਵੱਲ ਮੇਲੇ ਬਟਨਾਂ ਨੂੰ ਖੋਲਦੀ ਨੇ ਜਦੋਂ ਆਖਰੀ ਬਟਨ ਨੂੰ ਹੱਥ ਪਾਇਆ, ਖੱਬੇ ਪਾਸੇ ਦੀ ਮੇਜ਼ ਤੇ ਕੰਧ ਵਿਚਲੇ ਥਾਂ 'ਚੋਂ ਜਿਵੇਂ ਗੈਬੋਂ ਆਵਾਜ਼ ਆਈ। ਇੱਕ ਬੰਦੂਕ ਉੱਚੀ ਹੋਈ ਤੇ ਚੰਪਾ ਦੀ ਛਾਤੀ ਵਾਲੇ ਪਾਸੇ ਉਹਦੇ ਲੋਹੇ ਦੀ ਨਾਲੀ ਤਣ ਗਈ। ਨਾਲੀ ਦਾ ਮੂੰਹ ਸਿੱਧਾ ਪਰਲੀ ਕੰਧ ਵੱਲ ਸੀ, ਛਾਤੀ ਵੱਲ ਨਹੀਂ। ਸਿਰਫ ਇੰਜ ਜਿਵੇਂ ਚੰਪਾ ਦੇ ਸਾਹਮਣੇ ਪਾਸੇ ਮੋਟੀ ਜਿਹੀ ਸੀਖ ਤਣ ਗਈ ਹੋਵੇ ਤੇ ਉਹ ਜਿੱਥੇ ਖਲੋਤੀ ਸੀ ਉਹਨੂੰ ਉੱਥੇ ਹੀ ਖਲੋਤੀ ਰਹਿਣ ਲਈ ਆਖਦੀ, ਸ਼ਾਇਦ ਗਲ ਦਾ ਕੱਪੜਾ ਲਾਉਣ ਤੋਂ ਵਰਜ ਰਹੀ ਹੋਵੇ। ਚੰਪਾ ਪਲ ਕੁ ਸਿਰਫ ਲੋਹੇ ਦੀ ਨਾਲੀ ਵੱਲ ਤੱਕਦੀ ਰਹੀ। ਹੌਲੀ ਜੀ ਬੰਦੂਕ ਵਾਲੇ ਹੱਥ ਵੱਲ ਤੱਕਦੀ ਕਹਿਣ ਲੱਗੀ, ਡਾਕੂ ਤੂੰ ਫੇਰ ਆ ਗਿਆ। ਬੰਦੂਕ ਅਡੋਲ ਰਹੀ, ਪਰ ਬੰਦੂਕ ਵਾਲਾ ਹੱਥ ਕੁਝ ਹੈਰਾਨ ਹੋਇਆ ਤੇ ਉਸ ਹੱਥ ਵਾਲੇ ਨੇ ਕਿਹਾ, ਮੈਂ ਪਹਿਲਾਂ ਕਦੇ ਨਹੀਂ ਆਇਆ। ਚੰਪਾ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ, ਸਿਰਫ ਉਹਦੀਆਂ ਅੱਖਾਂ 'ਚ ਇੱਕ ਵਾਰੀ ਸਿੱਧਾ ਵੇਖ ਕੇ ਆਖਿਆ, ਜੇਵਰ ਚਾਹੀਦੇ ਨੇ, ਪਰ ਮੇਰੇ ਕੋਲ ਬਹੁਤੇ ਨਹੀਂ। ਉਹ ਜਿਹਨੇ ਕਮਰੇ ਦੀ ਗੁੱਠ ਦਾ ਆਸਰਾ ਲਿਆ ਸੀ ਕਹਿਣ ਲੱਗਾ, ਨਹੀਂ, ਮੈਂ ਜੇਵਰ ਲੈਣ ਵਾਸਤੇ ਨਹੀਂ ਆਇਆ। ਫੇਰ ਚੰਪਾ ਦੇ ਹੋਠਾਂ ਦੀ ਲਾਲੀ ਵਾਂਗ ਇੱਕ ਮੁਸਕਰਾਹਟ ਜੀ ਉਹਦੇ ਹੋਠਾਂ ਤੇ ਜੰਮ ਗਈ। ਕਹਿਣ ਲੱਗੀ, ਮੈਨੂੰ ਲਿਜਾਣਾ ਹੈ? ਚੱਲ ਲੈ ਚੱਲ, ਪਰ ਇਹ ਤੂੰ ਅੱਗੇ ਕਿੱਥੇ ਲਿਜਾਏਂਗਾ? ਤੇ ਉਹ ਹੱਥ 'ਚ ਪਈਆਂ ਕੱਚ ਦੀਆਂ ਚੂੜੀਆਂ ਲਾਉਂਦੀ ਆਖਣ ਲੱਗੀ, ਤੂੰ ਮੈਨੂੰ ਇੱਥੋਂ ਤੱਕ ਲਿਆ ਸਕਦਾ ਸੀ, ਲੈ ਆਇਆ। ਹੁਣੇ ਤੂੰ ਅੱਗੇ ਔਰਤ ਕਿੱਥੇ ਜਾ ਸਕਦੀ ਹੈ? ਬੰਦੂਕ ਵਾਲੇ ਨੇ ਬੰਦੂਕ ਦੇ ਦਸਤੇ ਉੱਤੇ ਹੱਥ ਦੀ ਪਕੜ ਨੂੰ ਪੀੜਿਆਂ ਕੀਤਾ। ਪਤਾ ਨਹੀਂ ਕਿਉਂ ਉਹਨੂੰ ਪਲਕੂ ਜਾਪਿਆ ਜਿਵੇਂ ਸਾਹਮਣੇ ਖਲੋਤੀ ਔਰਤ ਨੇ ਬੰਦੂਕ ਉਹਦੇ ਹੱਥੋਂ ਲੈ ਕੇ ਆਪਣੇ ਹੱਥ 'ਚ ਫੜ ਲਈ ਸੀ। ਹੈਰਾਨ ਜੈ ਨੇ ਸਿਰਫ ਇੰਨਾ ਆਖਿਆ, ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ। ਚੰਪਾ ਉਹਦੇ ਵੱਲ ਤੱਕੀ, ਉਹਦੇ ਵੱਲ ਨਹੀਂ, ਉਹਦੇ ਆਖੇ ਹੋਏ ਤੁਹਾਨੂੰ ਲਫ਼ਜ਼ ਵੱਲ। ਪਰ ਫਿਰ ਸਾਹਮਣੇ ਸ਼ੀਸ਼ੇ ਵੱਲ ਵੇਖਦੀ ਆਖਣ ਲੱਗੀ, ਮੈਨੂੰ ਕੋਈ ਗਲਤ ਫਹਿਮੀ ਨਹੀਂ ਹੋਈ। ਹੁਣ ਗਲਤ ਫਹਿਮੀ ਤੇ ਖੁਸ਼ ਫਹਿਮੀ ਬਹੁਤ ਪਿੱਛੇ ਛੱਡ ਆਈਆਂ, ਮੈਂ ਤਾਂ ਬਹੁਤ ਅੱਗੇ ਆ ਗਈਆਂ। ਇੱਥੋਂ ਤੱਕ ਬੰਦੂਕ ਵਾਲੇ ਨੂੰ ਜਾਪਿਆ ਜਿਵੇਂ ਉਹ ਵੀ ਬੰਦੂਕ ਦੇ ਠੰਡੇ ਲੋਹੇ ਵਰਗਾ ਹੋ ਗਿਆ ਸੀ। ਆਖਣ ਲੱਗਾ, ਮੈਂ ਇੱਥੇ ਪਹਿਲੀ ਵਾਰ ਆਇਆ, ਇੰਜ ਕਿਸੇ ਦੇ ਘਰ ਪਹਿਲੀ ਵਾਰ ਨਹੀਂ, ਦੂਜੀ ਵਾਰ। ਚੰਪਾ ਦੇ ਹੋਠ ਉਹਦੀਆਂ ਝਿਮਣੀਆਂ ਵਾਂਗ ਇੱਕ ਵਾਰੀ ਜੁੜੇ ਤੇ ਖੁੱਲੇ, ਫਿਰ ਉਹ ਕਾਲੀਆਂ ਸ਼ਾਹ ਅੱਖਾਂ ਦੀ ਇੱਕ ਚਿੱਟੀ ਫਟਕ ਜਿਹੀ ਨਜ਼ਰ ਨਾਲ ਉਹਦੇ ਵੱਲ ਵੇਖਦੀ ਆਖਣ ਲੱਗੀ, ਜਦੋਂ ਤੂੰ ਪਹਿਲੀ ਵਾਰ ਆਇਆ ਸੀ ਮੈਂ ਉਦੋਂ ਬਹੁਤ ਛੋਟੀ ਸੀ, ਬੱਚੀ ਜਿਹੀ, ਮਸਾਂ 12 ਵਰ੍ਹਿਆਂ ਦੀ। ਉਹ ਬੰਦੂਕ ਵਾਲਾ ਕੁਝ ਕਹਿਣ ਲੱਗਾ ਸੀ, ਫਿਰ ਚੁੱਪ ਹੋ ਗਿਆ। ਸਿਰਫ ਤੂੰ ਲਫ਼ਜ਼ ਉਹਦੇ ਹੋਠਾਂ ਕੋਲ ਆਇਆ ਤੇ ਹੋਠਾਂ ਤੇ ਖਲੋ ਕੇ ਚੰਪਾ ਵੱਲ ਵੇਖਣ ਲੱਗਾ। ਚੰਪਾ ਨੇ ਕਿਹਾ, ਤੂੰ ਇਹੀ ਕਹਿਣਾ ਚਾਹੁੰਦਾ ਹੈ? ਉਹ ਤੂੰ ਨਹੀਂ ਸੀ, ਪਰ ਇਹਦੇ ਨਾਲ ਕੀ ਫਰਕ ਪੈਂਦਾ ਹੈ? ਤੇ ਉਹ ਜਿਵੇਂ ਠੰਡੀ ਜੀ ਨਜ਼ਰ ਨਾਲ ਉਹਦੇ ਵੱਲ ਵੇਖਦੀ ਪਈ ਸੀ, ਉਸੇ ਨਜ਼ਰ ਨਾਲ ਸ਼ੀਸ਼ੇ ਵੱਲ ਵੇਖਦੀ ਆਖਣ ਲੱਗੀ, ਉਹ ਤੂੰ ਸੀ ਜਾਂ ਤੇਰੇ ਜਿਹਾ ਕੋਈ ਹੋਰ, ਇੱਕੋ ਹੀ ਗੱਲ ਏ। ਤੇ ਫਿਰ ਉਹ ਚੋਲੀ ਦੇ ਸਿਤਾਰਿਆਂ ਵਾਂਗ ਚਮਕਦੀ ਜੀ ਆਖਣ ਲੱਗੀ, ਉਦੋਂ ਮੇਰੇ ਕੋਲ ਕੁਝ ਨਹੀਂ ਸੀ, ਘਰ 'ਚ ਕੁਝ ਰੁਪਇਆ ਪੈਸਾ ਸੀ, ਪਰ ਮੈਨੂੰ ਨਹੀਂ ਸੀ ਪਤਾ ਉਹ ਕਿੱਥੇ ਰੱਖਿਆ, ਨਹੀਂ ਤਾਂ ਸ਼ਾਇਦ ਉਹ ਦੇ ਕੇ ਛੁੱਟ ਜਾਂਦੀ, ਪਰ ਹੁਣ ਮੈਂ ਕੁਝ ਜੇਵਰ ਤੇ ਰੁਪਇਆ ਦੇ ਸਕਦੀ ਹਾਂ। ਬੰਦੂਕ ਵਾਲੇ ਨੇ ਬੰਦੂਕ ਦੀ ਤਣੀ ਹੋਈ ਨਾਲੀ ਵਾਂਗ ਤਣ ਕੇ ਆਖਿਆ, ਮੈਂ ਸੱਚ ਕਹਿਣਾ, ਮੈਂ ਸੋਨਾ ਤੇ ਰੁਪਇਆ ਲੈਣ ਲਈ ਨਹੀਂ ਆਇਆ। ਚੰਪਾ ਗਲ ਦੀ ਚੋਲੀ ਦੇ ਖੁੱਲੇ ਹੋਏ ਬਟਨਾਂ ਵਾਂਗ ਹੱਸ ਪਈ, ਕਹਿਣ ਲੱਗੀ, ਤਾਂ ਅੱਜ ਫਿਰ ਸੌਦਾ ਕਰੇਂਗਾ, ਮੈਨੂੰ ਲੈ ਜਾਏਂਗਾ, ਪਰ ਕਿੱਥੇ? ਕਹਿ ਤਾਂ ਚੁੱਕੀ ਹਾਂ ਕਿ ਔਰਤ ਨੂੰ ਇਹ ਤੋਂ ਅੱਗੇ ਕੋਈ ਕਿੱਥੇ ਲਿਜਾ ਸਕਦਾ ਹੈ। ਬੰਦੂਕ ਵਾਲੇ ਨੂੰ ਆਪਣੀ ਭਰੀ ਹੋਈ ਬੰਦੂਕ ਖਾਲੀ ਜੀ ਜਾਪੀ ਤੇ ਉਹ ਬੰਦੂਕ ਨੂੰ ਕੁਝ ਪਰਾਂ ਕਰਦਾ ਤੇ 2 ਕਦਮ ਅੱਗੇ ਹੋ ਕੇ ਚੰਪਾ ਦੇ ਕੁਝ ਕੋਲ ਜਿਹਾ ਹੁੰਦਾ ਆਖਣ ਲੱਗਾ, ਵੇਖੋ, ਮੈਂ ਤੁਹਾਡੇ ਕੋਲੋਂ ਕੁਝ ਲੈਣ ਵਾਸਤੇ ਜ਼ਰੂਰ ਆਇਆ, ਪਰ ਇਹ ਸਭ ਕੁਝ ਨਹੀਂ ਜੋ ਤੁਸੀਂ ਸੋਚਦੇ ਹੋ। ਮੈਂ ਤੁਹਾਡੇ ਕੋਲੋਂ ਪਨਾਹ ਲੈਣ ਲਈ ਆਇਆ। ਹੁਣ ਚੰਪਾ ਚੁੱਪ ਜੀ ਰਹਿ ਗਈ।
ਉਸੇ ਨੇ ਪੁੱਛਿਆ, ਕੀ ਮੈਂ ਤੁਹਾਡਾ ਨਾਮ ਪੁੱਛ ਸਕਦਾ? ਚੰਪਾ ਚੋਲੀ ਦੇ ਖੁੱਲੇ ਬਟਨਾਂ ਨੂੰ ਮੇਲਦੀ ਆਖਣ ਲੱਗੀ, ਕੀ ਕਰਨਾ ਹੈ ਪੁੱਛ ਕੇ? ਇੱਕ ਫੁੱਲ ਦਾ ਨਾਂ ਸੀ ਜੋ ਮੈਂ ਬਦਨਾਮ ਕਰ ਦਿੱਤਾ। ਕੀ ਮਤਲਬ? ਇਹੀ ਕਿ ਮੇਰਾ ਨਾਂ ਚੰਪਾ ਹੈ। ਤੇ ਚੰਪਾ ਕੁਝ ਸੋਚਦੀ ਜੀ ਆਖਣ ਲੱਗੀ, ਅੱਛਾ ਇਹ ਦੱਸ, ਤੂੰ ਕਦੇ ਮੈਨੂੰ ਤੂੰ ਕਹਿਣਾ ਹੈ, ਕਦੇ ਤੁਸੀਂ ਇਹ ਕਿਉਂ? ਬੰਦੂਕ ਵਾਲੇ ਦਾ ਮੂੰਹ ਇੱਕ ਵਾਰੀ ਉਦਾਸ ਜਿਹਾ ਹੋਇਆ, ਪਰ ਬਾਹਰ ਆਈ ਉਦਾਸੀ ਨੂੰ ਉਹਨੇ ਫੇਰ ਅੰਦਰ ਵਾਰ ਕਰਦਿਆਂ ਕਿਹਾ, ਤੂੰ ਐਵੇਂ ਹੀ ਮੂੰਹੋਂ ਨਿਕਲ ਗਿਆ ਸੀ, ਕਿਸੇ ਦਾ ਖਿਆਲ ਆ ਗਿਆ ਸੀ। ਚੰਪਾ ਦੇ ਮੂੰਹੋਂ ਪੁੱਛਿਆ ਜਿਹਾ ਗਿਆ, ਕਿਹਦਾ? ਪਰ ਜਦੋਂ ਬੰਦੂਕ ਵਾਲੇ ਨੇ ਕਿਹਾ, ਤੁਸੀਂ ਜਾਣ ਕੇ ਕੀ ਕਰਨਾ ਹੈ, ਤਾਂ ਚੰਪਾ ਨੇ ਵੀ ਕਿਹਾ, ਹਾਂ ਮੈਂ ਕੀ ਕਰਾਂਗੀ ਜਾਣ ਕੇ। ਤੇ ਫਿਰ ਚੰਪਾ ਨੇ ਕਾਹਲੀ ਜੀ ਪੈਂਦੀ ਨੇ ਕਿਹਾ, ਅੱਛਾ ਬੋਲੋ, ਹੁਣ ਕਦ ਤੱਕ ਤਸ਼ਰੀਫ ਰੱਖੋਗੇ? ਉਸ ਬੰਦੂਕ ਵਾਲੇ ਨੂੰ ਹਾਸਾ ਜਿਹਾ ਆ ਗਿਆ, ਕਹਿਣ ਲੱਗਾ, ਜੇ ਕਿਸੇ ਡਾਕੂ ਨੂੰ ਤਸ਼ਰੀਫ ਰੱਖਣ ਲਈ ਕਿਹਾ ਜਾ ਸਕਦਾ ਹੈ ਤਾਂ ਕਰੀਬ 2 ਘੰਟੇ ਹੋਰ ਤਸ਼ਰੀਫ ਰੱਖਾਂਗਾ। ਚੰਪਾ ਤਮਕ ਜੀ ਗਈ, ਕਹਿਣ ਲੱਗੀ, ਯਾਨੀ ਪੁਲਿਸ ਜਦੋਂ ਤੱਕ ਤੇਰੀ ਤਲਾਸ਼ 'ਚ ਸ਼ਹਿਰ ਦੇ ਦੂਜੇ ਕੋਨੇ ਤੇ ਨਹੀਂ ਚਲੀ ਜਾਂਦੀ? ਉਹਨੇ ਉਸੇ ਠੰਡੀ ਜੀ ਆਵਾਜ਼ ਨਾਲ ਜਵਾਬ ਦਿੱਤਾ, ਜੀ ਹਾਂ। ਚੰਪਾ ਚੁੱਪ ਜੀ ਰਹਿ ਗਈ। ਉਹਨੇ ਪੁੱਛਿਆ, ਹੁਣ ਮੈਂ ਇੱਕ ਘੜੀ ਇੱਥੇ ਇਤਮੀਨਾਨ ਨਾਲ ਬਹਿ ਜਾਵਾਂ? ਪਰ ਉਹਨੂੰ ਆਪਣੇ ਸਵਾਲ ਤੇ ਆਪ ਹੀ ਝਿਜਕ ਜੀ ਆਈ ਕਿ ਉਹਨੇ ਕਿਸੇ ਔਰਤ ਦੇ ਸੌਣ ਵਾਲੇ ਕਮਰੇ 'ਚ ਬਹਿ ਜਾਣ ਦੀ ਗੱਲ ਆਖੀ, ਇਸ ਲਈ ਛੇਤੀ ਨਾਲ ਲੱਗਾ, ਇੱਥੇ ਨਹੀਂ, ਬਾਹਰ ਵਾਲੇ ਕਮਰੇ 'ਚ। ਤੇ ਉਹ ਜਦੋਂ ਬੰਦੂਕ ਨੂੰ ਮੋਢੇ ਨਾਲ ਲਾ ਕੇ ਆਪਣੀ ਕੰਬਲ ਦੀ ਝੁੰਬ ਮਾਰ ਕੇ ਬਾਹਰ ਦੇ ਕਮਰੇ 'ਚ ਜਾਣ ਲੱਗਾ, ਚੰਪਾ ਨੇ ਉਹਨੂੰ ਰੋਕਿਆ, ਠਹਿਰ, ਮੇਰੀ ਦਾਸੀ ਸ਼ਾਇਦ ਅਜੇ ਸੁੱਤੀ ਨਹੀਂ ਹੋਏਗੀ, ਉਹ ਤੈਨੂੰ ਵੇਖ ਕੇ ਚੀਕਾਂ ਮਾਰਨ ਲੱਗ ਪਏਗੀ। ਉਹ ਰੁਕ ਗਿਆ ਤੇ ਚੰਪਾ ਵੱਲ ਵੇਖਦਾ ਸੋਚਣ ਲੱਗਾ, ਪਰ ਇਸ ਔਰਤ ਨੇ ਮੈਨੂੰ ਵੇਖ ਕੇ ਚੀਕਾਂ ਕਿਉਂ ਨਹੀਂ ਮਾਰੀਆਂ? ਕਈ ਸਵਾਲ ਹੋਠਾਂ ਤੇ ਨਹੀਂ ਆਉਂਦੇ, ਪਰ ਅੱਖਾਂ 'ਚ ਲਿਖੇ ਜੇ ਜਾਂਦੇ ਨੇ। ਚੰਪਾ ਨੇ ਜਿਹੜੇ ਸਟੂਲ ਉੱਤੇ ਗਲ ਦਾ ਦੁਪੱਟਾ ਲਾ ਕੇ ਰੱਖਿਆ ਸੀ, ਦੁਪੱਟੇ ਨੂੰ ਮੁੜ ਕੇ ਮੋਢਿਆਂ ਤੇ ਲੈਂਦੀ ਨੇ ਉਹ ਸਟੂਲ ਉਹਦੇ ਬਹਿਣ ਲਈ ਅੱਗੇ ਕਰ ਦਿੱਤਾ। ਆਖਣ ਲੱਗੀ, ਤੂੰ ਇਹੋ ਸੋਚ ਰਿਹਾ ਨਾ ਕਿ ਮੈਂ ਤੈਨੂੰ ਵੇਖ ਕੇ ਚੀਕਾਂ ਕਿਉਂ ਨਹੀਂ ਮਾਰੀਆਂ? ਉਹਨੇ ਸਟੂਲ ਉੱਤੇ ਬਹਿੰਦਿਆਂ ਸਿਰ ਹਿਲਾਇਆ ਤੇ ਫਿਰ ਇੱਕ ਬੇਮਲੂਮਾ ਜਿਹਾ ਹੌਕਾ ਲੈ ਕੇ ਚੰਪਾ ਵੱਲ ਵੇਖਿਆ। ਉਹਨੇ ਚੰਪਾ ਨੂੰ ਅਜੇ ਤੱਕ ਸਿਰਫ ਇਸ ਤਰ੍ਹਾਂ ਵੇਖਿਆ ਸੀ ਜਿਵੇਂ ਅੱਖਾਂ ਚੁੰਧਿਆਉਂਦੇ ਇੱਕ ਰੂਪ ਵੱਲ ਵੇਖਿਆ ਹੋਵੇ, ਸਿਰਫ ਉਤਲੀ ਦਿਸਦੀ ਤਹਿ ਉੱਤੇ। ਤੇ ਉਹਨੂੰ ਜਾਪਣ ਲੱਗਾ, ਮਨ ਦੀ ਝਲਕ ਸ਼ਾਇਦ ਉਤਲੀ ਤਹਿ ਉੱਤੇ ਕਦੀ ਵੀ ਨਹੀਂ ਆਉਂਦੀ। ਚੰਪਾ ਆਖ ਰਹੀ ਸੀ, ਜਿੰਨਾ ਇੱਕ ਡਾਕੂ ਨੂੰ ਵੇਖ ਕੇ ਕੋਈ ਚੀਕ ਸਕਦਾ ਹੈ, ਉਸ ਸਭ ਵਿੱਚੋਂ ਮੈਂ ਗੁਜ਼ਰ ਚੁੱਕੀ ਹਾਂ। ਜ਼ਿੰਦਗੀ ਦੀਆਂ ਕੁਝ ਘੜੀਆਂ ਕਈ ਵਾਰ ਇੰਨੀਆਂ ਭਿਆਨਕ ਹੁੰਦੀਆਂ ਨੇ ਕਿ ਵਰ੍ਹਿਆਂ ਪਿੱਛੋਂ ਵੀ ਚੇਤੇ ਆ ਜਾਣ ਤਾਂ ਸਗਵੀਆਂ ਦੀਆਂ ਸਗਵੀਆਂ ਮੁੜ ਕੇ ਵਾਪਰਦੀਆਂ ਲੱਗਦੀਆਂ ਨੇ। ਚੰਪਾ ਦਾ ਭਰ ਜਵਾਨ ਪਿੰਡਾ ਜਿਵੇਂ ਆਪਣੇ ਪਿੰਡੇ 'ਚ ਹੀ ਸੁੰਗੜਨ ਲੱਗ ਪਿਆ, ਜਿਵੇਂ ਕੋਈ ਪੂਰੇ ਖਿੜੇ ਹੋਏ ਫੁੱਲ ਦੀਆਂ ਪੱਤੀਆਂ ਤੋੜ ਕੇ ਉਹਨੂੰ ਪਲ ਵਿੱਚ ਡੋਡਣੀ ਜਿਹੀ ਬਣਾ ਦੇਵੇ। ਇੱਕ 12 ਵਰ੍ਹਿਆਂ ਦੀ ਕੰਬਦੀ ਜੀ ਕੁੜੀ ਸ਼ਾਇਦ ਚੰਪਾ ਦੇ ਬਦਨ 'ਚ ਹਮੇਸ਼ਾ ਲਈ ਬਹਿ ਗਈ ਸੀ। ਚੰਪਾ ਦੇ ਚੇਤੇ 'ਚ ਆਈ ਹੋਈ ਇੱਕ ਭਿਆਨਕ ਘੜੀ ਜਿਵੇਂ ਹੁਣ ਵੀ ਕਮਰੇ 'ਚ ਵਾਪਰ ਰਹੀ ਹੋਵੇ। ਉਹ ਸੁਣਾਉਂਦੀ ਕੰਬ ਰਹੀ ਸੀ, 12 ਵਰ੍ਹਿਆਂ ਦੀ ਸਾਂ, ਇੱਕ ਸ਼ਾਹੂਕਾਰ ਪਿਓ ਦੀ ਧੀ। ਜਦੋਂ ਘਰ 'ਚ ਡਾਕੂ ਆਏ ਸਨ, ਉਹਨਾਂ ਨੇ ਸਭ ਤੋਂ ਪਹਿਲਾਂ ਮੇਰੇ ਪਿਓ ਨੂੰ ਇੱਕ ਮੰਜੀ ਤੇ ਪਾ ਕੇ ਰੱਸੀਆਂ ਨਾਲ ਬੰਨ੍ਹ ਦਿੱਤਾ। ਸਾਰੇ ਘਰ 'ਚ ਦਹਿਸ਼ਤ ਜੰਮ ਗਈ। ਨਹੀਂ, ਸਾਰੇ ਘਰ 'ਚ ਨਹੀਂ, ਸਿਰਫ ਮੇਰੇ ਪਿਓ ਦੀਆਂ ਅੱਖਾਂ 'ਚ। ਤੇ ਉਹ ਹਮੇਸ਼ਾ ਲਈ ਮੇਰੇ ਪਿਓ ਦੀਆਂ ਅੱਖਾਂ 'ਚ ਰਹਿ ਗਈ, ਅੱਖਾਂ 'ਚ ਜੰਮ ਗਈ। ਪਲੰਗ ਦੀ ਅੱਸੀ ਉੱਤੇ ਬੈਠੀ ਚੰਪਾ ਨੇ 2 ਵਾਰੀ ਪਲੰਗ ਦੀ ਮੱਛਰਦਾਨੀ ਦੇ ਡੰਡੇ ਨਾਲ ਆਪਣੇ ਸਿਰ ਨੂੰ ਟੇਕ ਜਿਹੀ ਦਿੱਤੀ, ਪਰ ਉਹਦੀ ਸੋਚ ਵਿੱਚ ਪਈਆਂ ਹੋਈਆਂ ਆਪਣੇ ਪਿਓ ਦੀਆਂ ਅੱਖਾਂ ਆਪਣੀ ਮੌਤ ਤੋਂ ਪਿੱਛੋਂ ਵੀ ਉਹਦੇ ਵੱਲ ਤੱਕੀ ਜਾ ਰਹੀਆਂ ਸਨ। ਉਹ ਜੋ ਅੱਜ ਕਮਰੇ 'ਚ ਆਇਆ ਸੀ, ਸਟੂਲ ਨੂੰ ਅਗਾਂਹ ਕਰਕੇ ਪਲੰਗ ਦੇ ਨੇੜੇ ਜੇ ਬਹਿ ਗਿਆ, ਪਰ ਚੰਪਾ ਨੂੰ ਜ਼ਿੰਦਗੀ ਦੀ ਭਿਆਨਕ ਘੜੀ ਦੇ ਚੇਤੇ ਵਿੱਚ ਨਾ ਕੋਈ ਉਰਾਂ ਦਿਸਦਾ ਸੀ ਨਾ ਪਰਾਂ। ਉਹਨੂੰ ਸਿਰਫ ਵਾਣ ਦੀ ਇੱਕ ਮੰਜੀ ਦਿਸ ਰਹੀ ਸੀ, ਜਿਹਦੇ ਉੱਤੇ ਰੱਸੀਆਂ ਨਾਲ ਬੰਨਿਆ ਹੋਇਆ ਉਹਦਾ ਪਿਓ ਉਹਦੇ ਵੱਲ ਵੇਖੀ ਜਾ ਰਿਹਾ ਸੀ। ਘਰ 'ਚ ਡਾਕੂ ਆਉਂਦੇ ਦਿਸੇ ਸਨ, ਪਰ ਮੌਤ ਆਉਂਦੀ ਨਹੀਂ ਸੀ ਦਿਸੀ। ਉਹਨੇ ਪਤਾ ਨਹੀਂ ਕਿਹੜੇ ਵੇਲੇ ਅੰਦਰ ਆ ਕੇ ਉਹਦੇ ਪਿਓ ਦੀ ਜੀਭ ਗੂੰਗੀ ਕਰ ਦਿੱਤੀ ਸੀ। ਉਸ ਵੇਲੇ ਚੀਕ ਕੇ ਉਹਨੇ ਵੀ ਪਿਓ ਨੂੰ ਆਵਾਜ਼ਾਂ ਦਿੱਤੀਆਂ ਤੇ ਡਾਕੂਆਂ ਨੇ ਵੀ ਕਿਹਾ ਸੀ, ਸਾਲਿਆ ਬੋਲਦਾ ਕਿਉਂ ਨਹੀਂ, ਸੋਨਾ ਕਿੱਥੇ ਦਬਾਇਆ ਹੋਇਆ ਈ? ਪਰ ਉਹ ਕੁਝ ਨਹੀਂ ਸੀ ਬੋਲਿਆ। ਤੇ ਫਿਰ ਜਦੋਂ ਡਾਕੂਆਂ ਨੇ ਕਿਹਾ ਸੀ, ਮਰ ਗਿਆ ਸਾਲਾ, ਤੁਹਾਨੂੰ ਪਤਾ ਲੱਗਾ ਸੀ ਕਿ ਉਹਦਾ ਪਿਓ ਬੋਲਦਾ ਕਿਉਂ ਨਹੀਂ ਸੀ। ਉਦੋਂ ਤੱਕ ਉਹਨੂੰ 12 ਵਰ੍ਹਿਆਂ ਦੀ ਨੂੰ ਦੁਨੀਆ ਦਾ ਇੱਕ ਭਿਆਨਕ ਸੱਚ ਪਤਾ ਨਹੀਂ ਸੀ ਕਿ ਨਿੱਕੀ ਜਿਹੀ ਕੁੜੀ ਵੀ ਇੱਕ ਖਜ਼ਾਨੇ ਦੀ ਚਾਬੀ ਹੁੰਦੀ ਹੈ। ਉਹਨੂੰ ਇਹ ਗੱਲ ਵੀ ਡਾਕੂਆਂ ਨੇ ਦੱਸੀ ਸੀ। ਉਹਨਾਂ 'ਚੋਂ ਇੱਕ ਨੇ ਆਖਿਆ ਸੀ, ਛੱਡੋ ਯਾਰ, ਖਜ਼ਾਨੇ ਦੀ ਚਾਬੀ ਨਹੀਂ ਮਿਲੀ ਤਾਂ ਨਾ ਸਹੀ, ਇਹ ਕੁੜੀ ਵੀ ਤਾਂ ਖਜ਼ਾਨੇ ਦੀ ਇੱਕ ਚਾਬੀ ਹੈ। ਤੇ ਉਹ ਉਹਨੂੰ 12 ਵਰ੍ਹਿਆਂ ਦੀ ਨੂੰ ਬਾਹੋਂ ਧਰੀਕਦੇ ਲੈ ਗਏ ਸਨ। ਤੇ ਉਹਨੂੰ ਜਦੋਂ ਇੱਕ ਗੁਲਾਬ ਬਾਈ ਦੇ ਹੱਥ ਵੇਚ ਕੇ
ਉਹਨਾਂ ਨੇ 10,000 ਰੁਪਏ ਲਏ ਸਨ ਤਾਂ ਉਹਨੂੰ ਇਹ ਗੱਲ ਪਤਾ ਲੱਗੀ ਸੀ ਕਿ ਇੱਕ ਨਿੱਕੀ ਜਿਹੀ ਕੁੜੀ ਵੀ ਖਜ਼ਾਨੇ ਦੀ ਚਾਬੀ ਹੁੰਦੀ ਹੈ। ਤੇ ਉਹ ਉਹਨੂੰ 12 ਵਰ੍ਹਿਆਂ ਦੀ ਨੂੰ ਬਾਹੋਂ ਧਰੀਕਦੇ ਲੈ ਗਏ ਸਨ ਤੇ ਉਹਨੂੰ ਜਦੋਂ ਇੱਕ ਗੁਲਾਬ ਬਾਈ ਦੇ ਹੱਥ ਵੇਚ ਕੇ ਉਹਨਾਂ ਨੇ 10,000 ਰੁਪਏ ਲਏ ਸਨ ਤਾਂ ਉਹਨੂੰ ਇਹ ਗੱਲ ਪਤਾ ਲੱਗੀ ਸੀ ਕਿ ਇੱਕ ਨਿੱਕੀ ਜਿਹੀ ਕੁੜੀ ਵੀ ਖਜ਼ਾਨੇ ਦੀ ਚਾਬੀ ਹੁੰਦੀ ਹੈ। ਚੰਪਾ ਨੂੰ ਬੀਤੀ ਹੋਈ ਭਿਆਨਕ ਘੜੀ ਵਿੱਚੋਂ ਬਾਹਰ ਆਉਂਦਿਆਂ ਪਤਾ ਨਹੀਂ ਕਿੰਨਾ ਚਿਰ ਲੱਗਦਾ, ਪਰ ਉਹ ਜੋ ਅੱਜ ਕਮਰੇ 'ਚ ਆਇਆ ਸੀ ਸਟੂਲ ਤੋਂ ਉੱਠ ਕੇ ਉਹਦੇ ਅਸਲੋਂ ਕੋਲ ਖਲੋ ਕੇ ਉਹਦੀ ਪੁੜਪੁੜੀ ਦੇ ਇੱਕ ਮੋਟੇ ਜਿਹੇ ਤਿਲ ਵੱਲ ਵੇਖਦਾ ਉਹਨੂੰ ਪੁੱਛ ਰਿਹਾ ਸੀ, ਤੂੰ ਰਤਨਾ ਹੈ? ਬੋਲ, ਤੂੰ ਰਤਨਾ ਹੈ? ਚੰਪਾ ਨੇ ਕੁਝ ਡੌਰ ਭੌਰ ਜਿਹੀ ਨੇ ਉਹਦੇ ਵੱਲ ਵੇਖਿਆ, ਜਿਵੇਂ ਅਜੇ ਵੀ ਕੱਲ ਤੇ ਅੱਜ ਦੀ ਵਿਚਕਾਰਲੀ ਲਕੀਰ ਤੇ ਖਲੋਤੀ ਹੋਵੇ। ਤੇ ਉਹ ਜੋ ਕੋਲ ਖਲੋਤਾ ਹੋਇਆ ਸੀ ਉਹ ਨਾ ਜੇ ਉਹਨੂੰ ਪੂਰੀ ਤਰ੍ਹਾਂ ਦਿਸਦਾ ਹੋਵੇ ਨਾ ਸੁਣਾਈ ਦਿੰਦਾ ਹੋਵੇ। ਉਹਨੇ ਚੰਪਾ ਦੇ ਮੋਢੇ ਤੇ ਹੱਥ ਰੱਖਿਆ, ਫਿਰ ਪੁੱਛਿਆ, ਦੱਸ ਤੂੰ ਰਤਨਾ ਹੈ? ਚੰਪਾ ਮੋਢੇ ਵਾਲੇ ਹੱਥ ਨੂੰ ਪਰਾਂ ਕਰਕੇ ਪਲੰਗ ਦੀ ਅੱਸੀ ਉੱਤੋਂ ਉੱਠ ਬੈਠੀ ਤਮਕ ਜਿਹੀ ਗਈ, ਪੁੱਛਣ ਲੱਗੀ, ਤੂੰ ਕੌਣ ਹੈ? ਹੁਣ ਕਮਰੇ 'ਚ ਆਉਣ ਵਾਲੇ ਨੇ ਇੱਕ ਸਹਿਜ ਨਾਲ ਕੰਬਲ ਦੀ ਝੁੰਬ ਲਾਈ, ਮੋਢੇ ਦੀ ਬੰਦੂਕ ਨੂੰ ਲਾ ਕੇ ਪਾਸੇ ਧਰਿਆ, ਸਹਿਜ ਨਾਲ ਆਖਿਆ, ਮੈਂ ਰਾਜੂ ਹਾਂ ਰਤਨਾ, ਤੈਨੂੰ ਯਾਦ ਨਹੀਂ? ਇੱਕ ਰਾਜੂ ਹੁੰਦਾ ਸੀ। ਤੂੰ ਰਾਜੂ? ਉਹੀ ਰਾਜੂ? ਰਤਨਾ ਦੀ ਆਪਣੀ ਆਵਾਜ਼ ਨਾਲ ਹੀ ਆਪਣੇ ਹੋਠ ਕੰਬ ਗਏ। ਉਹਦੇ ਮੋਢਿਆਂ ਉੱਤੇ ਪਿਆ ਹੋਇਆ ਹਲਕੇ ਅਸਮਾਨੀ ਰੰਗ ਦਾ ਸਤਾਰਿਆਂ ਵਾਲਾ ਪੱਲਾ ਜਦੋਂ ਮੋਢੇ ਤੋਂ ਤਿਲਕ ਕੇ ਉਹਦੀ ਬਾਂਹ ਵੱਲ ਆਇਆ ਤਾਂ ਉਹਨੂੰ ਜਾਪਿਆ ਜਿਵੇਂ ਅਸਮਾਨ ਦਾ ਟੁਕੜਾ ਅੱਜ ਸਣੇ ਤਾਰਿਆਂ ਦੇ ਉਹਦੀਆਂ ਬਾਹਾਂ ਵਿੱਚ ਆ ਡਿੱਗਾ ਹੋਵੇ। ਰਤਨਾ ਨੂੰ ਗੱਲ ਨਾਲ ਲਾਉਂਦਿਆਂ ਰਾਜੂ ਦੀਆਂ ਅੱਖਾਂ ਮੁੰਦ ਜਿਹੀਆਂ ਗਈਆਂ, ਜਿਵੇਂ ਅੱਜ ਦੇ ਸੁਪਨੇ ਵਰਗੇ ਸੱਚ ਨੂੰ ਅੱਖਾਂ ਵਿੱਚ ਮੀਟ ਲੈਣਾ ਚਾਹੁੰਦਾ ਹੋਵੇ। ਤੇ ਉਹਨੂੰ ਯਾਦ ਆਇਆ ਅੱਜ ਤਰਕਾਲ ਵੇਲੇ ਜਦੋਂ ਰੁੱਖਾਂ ਦੇ ਝੁੰਡ 'ਚ ਖਲੋਤਾ ਹੋਇਆ ਸੀ ਤਾਂ ਸੂਰਜ ਦੀ ਲਾਲੀ ਦਾ ਇੱਕ ਟੁਕੜਾ ਉਹਦੀ ਬਾਂਹ ਨਾਲ ਆ ਕੇ ਲੱਗ ਗਿਆ ਸੀ ਤੇ ਉਹਨੇ ਕੰਬਲ ਦੀ ਝੁੰਬ ਖੋਲ ਕੇ ਜਿਵੇਂ ਧੁੱਪ ਦੇ ਉਸ ਟੁਕੜੇ ਨੂੰ ਆਪਣੀ ਬਾਂਹ ਨਾਲ ਘੁੱਟ ਲਿਆ ਸੀ। ਤੇ ਹੁਣ ਕੋਈ ਅੱਧੀ ਰਾਤ ਵੇਲੇ ਸੂਰਜ ਦੀ ਧੁੱਪ ਜਿਹੀ ਰਤਨਾ ਸੱਚੀ ਮੁੱਚੀ ਉਹਦੇ ਗਲ ਨਾਲ ਲੱਗੀ ਹੋਈ ਸੀ। ਬਚਪਨ ਦੇ ਚੇਤਿਆਂ ਦਾ ਭਰ ਦਰਿਆ ਵਹਿੰਦਾ ਰਿਹਾ। ਪਤਾ ਨਹੀਂ ਕਿੰਨਾ ਚਿਰ ਰਾਜੂ ਤੇ ਰਤਨਾ ਉਹਦੇ ਪਾਣੀ 'ਚ ਡੁੱਬਦੇ ਤਰਦੇ ਰਹੇ। ਫਿਰ ਚਿਰ ਪਿੱਛੋਂ ਰਤਨਾ ਨੇ ਇੱਕ ਹਸਰਤ ਜਿਹੀ ਨਾਲ ਕਿਹਾ, ਮੈਂ ਕੀ ਤੋਂ ਕੀ ਬਣ ਗਈ ਰਾਜੂ, ਤੇ ਤੂੰ ਕੀ ਤੋਂ ਕੀ ਹੋ ਗਿਆ? ਦੱਸ, ਤੈਨੂੰ ਕਿਹਨੇ ਇਹ ਬਣਾ ਦਿੱਤਾ? ਉਸੇ ਨੇ ਜਿਹਨੇ ਤੈਨੂੰ ਇਹ ਬਣਾਇਆ। ਰਤਨਾ ਸਮਝੀ ਨਹੀਂ, ਪੁੱਛਣ ਲੱਗੀ, ਪੰਨੇ ਡਾਕੂ ਨੇ? ਹੁਣ ਤੂੰ ਉਹਦਾ ਸਾਥੀ ਹੈ? ਰਾਜੂ ਹੱਸ ਜਿਹਾ ਪਿਆ, ਬੋਲਿਆ, ਨਹੀਂ ਰਤਨਾ, ਇਹ ਜੋ ਕੁਝ ਵੀ ਬਣਿਆ ਉਹਦੀ ਤਲਾਸ਼ 'ਚ ਬਣਿਆ। 3 ਵਰ੍ਹੇ ਹੋ ਗਏ ਨੇ। ਜਦੋਂ ਜਵਾਨ ਹੋਇਆ, ਬੰਦੂਕ ਫੜਨ ਜੋਗਾ ਹੋ ਗਿਆ ਤਾਂ ਘਰੋਂ ਨਿਕਲ ਪਿਆ। ਇੱਕ ਵਾਰੀ ਉਹ ਮੇਰੇ ਹੱਥ ਆ ਗਿਆ ਸੀ, ਪਰ ਉਸ ਦਿਨ, ਤੇ ਰਾਜੂ ਨੇ ਰਤਨਾ ਨੂੰ ਉਸ ਦਿਨ ਦੀ ਗੱਲ ਸੁਣਾਈ ਜਦੋਂ ਰਾਜੂ ਦੇ ਟਾਕਰੇ 'ਚ ਪੰਨਾ ਆਪਣੀ ਜ਼ਿੰਦਗੀ ਦੀ ਆਖਰੀ ਘੜੀ ਵੇਖ ਸਕਦਾ ਸੀ, ਪਰ ਉਹਦੀ ਛਾਤੀ ਉੱਤੇ ਤਣੀ ਹੋਈ ਬੰਦੂਕ ਨੂੰ ਚਲਾਉਣ ਤੋਂ ਪਹਿਲਾਂ ਉਹ ਪੰਨੇ ਕੋਲੋਂ ਰਤਨਾ ਦਾ ਟਿਕਾਣਾ ਪੁੱਛ ਲੈਣਾ ਚਾਹੁੰਦਾ ਸੀ। ਉਸ ਵੇਲੇ ਤੱਕ ਪੰਨੇ ਡਾਕੂ ਨੇ ਰਾਜੂ ਦੇ ਟਾਕਰੇ 'ਚ ਰਾਜੂ ਨੂੰ ਪਛਾਣਿਆ ਨਹੀਂ ਸੀ, ਪਰ ਜਦੋਂ ਰਾਜੂ ਨੇ ਸਵਾਲ ਕੀਤਾ ਸੀ, ਦੱਸ ਉਹ ਕੁੜੀ ਕਿੱਥੇ ਵੇ, ਉਹੀ ਜੋ ਤੂੰ ਸਾਡੇ ਪਿੰਡੋਂ ਇੱਕ ਦਿਨ ਚੁੱਕ ਕੇ ਲੈ ਗਿਆ ਸੀ, ਤਾਂ ਪੰਨੇ ਨੇ ਹੈਰਾਨ ਹੋ ਕੇ ਪੁੱਛਿਆ, ਤੂੰ ਕੌਣ ਹੈ? ਤੇ ਨਾਲ ਹੀ ਆਪਣੇ ਬਚਾਅ ਦੀ ਉਹਨੇ ਸਬੀਲ ਬਣਾ ਲਈ ਸੀ। ਆਖਿਆ, ਪਰ ਤੈਨੂੰ ਕੀ, ਉਹ ਤੇਰੀ ਹੋਣ ਵਾਲੀ ਦੁਲਹਨ ਸੀ, ਉਹ ਮਰ ਗਈ। ਤੇ ਫਿਰ ਜਦੋਂ ਰਾਜੂ ਨੇ ਕਿਹਾ ਸੀ, ਠੀਕ ਹੈ ਉਹ ਮਰ ਗਈ ਸੀ, ਤਾਂ ਮੈਂ ਤੈਨੂੰ ਹੁਣੇ ਬੜੀ ਸੌਖੀ ਤਰ੍ਹਾਂ ਮਾਰ ਸਕਦਾ, ਤਾਂ ਪੰਨੇ ਡਾਕੂ ਨੇ ਠੀਕ ਇਸੇ ਜਵਾਬ ਦੀ ਰਾਜੂ ਕੋਲੋਂ ਉਮੀਦ ਕੀਤੀ ਸੀ। ਇਸ ਲਈ ਫਿਰ ਚੀਕ ਕੇ ਬੋਲਿਆ ਸੀ, ਨਹੀਂ ਨਹੀਂ, ਉਹ ਜਿਉਂਦੀ ਏ, ਤੂੰ ਜਾਣਨਾ ਚਾਹੁੰਦਾ ਹੈ ਕਿੱਥੇ ਵੇ? ਤੇ ਫਿਰ ਜਦੋਂ ਅਚਾਨਕ ਦੇ ਇਸ ਜਵਾਬ ਨਾਲ ਰਾਜੂ ਦੀ ਪਕੜ ਢਿੱਲੀ ਹੋ ਗਈ ਤਾਂ ਪੰਨਾ ਵਰ੍ਹਿਆਂ ਦਾ ਛਟਿਆ ਹੋਇਆ ਉਹਦੇ ਹੱਥੋਂ ਨਿਕਲ ਗਿਆ। ਰਤਨਾ ਦੀਆਂ ਅੱਖਾਂ ਭਰ ਆਈਆਂ। ਉਹਨੇ ਰਾਜੂ ਦੇ ਗੋਡਿਆਂ ਉੱਤੇ ਸਿਰ ਰੱਖਦਿਆਂ ਵਿਲਕ ਜਿਹੀ ਗਈ ਨੇ ਆਖਿਆ, ਸੱਚ ਰਾਜੂ, ਤੂੰ ਮੈਨੂੰ ਲੱਭਿਆ ਸੀ? ਰਾਜੂ ਭਰੇ ਹੋਏ ਮਨ ਨਾਲ ਰਤਨਾ ਦੀ ਪਿੱਠ ਨੂੰ ਕਿੰਨਾ ਚਿਰ ਦੁਲਾਰਦਾ ਰਿਹਾ। ਉਹਦੀ ਚੋਲੀ ਦੇ ਸਿਤਾਰੇ ਉਹਦੀ ਤਲੀ 'ਚ ਚਮਕਦੇ ਰਹੇ ਤੇ ਰਾਜੂ ਉਹਨੂੰ ਦੱਸਦਾ ਰਿਹਾ, ਜਦੋਂ ਪੰਨਾ ਤੈਨੂੰ ਲੈ ਗਿਆ ਸੀ ਤਾਂ ਉਹਦੇ ਖੌਫ ਨਾਲ ਸਾਰਾ ਪਿੰਡ ਜੜ ਹੋ ਗਿਆ ਸੀ। ਸਾਬਤ ਜੀਬਾਂ ਵੀ ਟੁਕੀਆਂ ਗਈਆਂ ਸਨ। ਪੁਲਿਸ ਤਹਿਕੀਕਾਤ ਲਈ ਆਈ, ਪਰ ਪਿੰਡ 'ਚੋਂ ਕਿਸੇ ਦਾ ਜੇਰਾ ਨਹੀਂ ਸੀ ਪੈਂਦਾ ਪੰਨੇ ਡਾਕੂ ਦਾ ਨਾਂ ਲੈ ਜਾਏ। ਤੇ ਮਨ ਦੀ ਪੀੜ ਨੂੰ ਆਪਣੇ ਹੋਠਾਂ 'ਚ ਚਿੱਥ ਕੇ ਰਾਜੂ ਨੇ ਉਹਨੂੰ ਦੱਸਿਆ, ਪਰ ਮੇਰੇ ਪਿਓ ਨੇ ਪੁਲਿਸ ਨੂੰ ਗਵਾਹੀ ਦਿੱਤੀ। ਪੰਨੇ ਦਾ ਨਾਂ ਪੁਲਿਸ ਦੇ ਕਾਗਜ਼ਾਂ 'ਚ ਲਿਖਵਾਇਆ ਤੇ ਫਿਰ ਪੰਨੇ ਨੇ ਮੇਰੇ ਪਿਓ ਕੋਲੋਂ ਇਸ ਗਵਾਹੀ ਦਾ ਬਦਲਾ ਲਿਆ। ਰਤਨਾ ਮੱਥੇ ਦੀ ਇੱਕ ਨਵੀਂ ਚੀਸ ਨਾਲ ਰਾਜੂ ਦੇ ਗੋਡਿਆਂ ਤੋਂ ਸਿਰ ਚੁੱਕ ਕੇ ਉਹਦੇ ਵੱਲ ਤੱਕਣ ਲੱਗ ਪਈ, ਜਿਵੇਂ
ਇੱਕ ਹੋਰ ਭਿਆਨਕ ਘੜੀ ਅਜੇ ਜ਼ਿੰਦਗੀ 'ਚ ਵੇਖਣੀ ਬਾਕੀ ਰਹਿੰਦੀ ਹੋਵੇ। ਧੰਨਵਾਦ।